जी का खालसा वाहिगुरु जी की फतेह। संगत जी आया ਨੂੰ जी आया ਨੂੰ जी आया ਨੂੰ। ਸ਼ੁਕਰ ਹੈ ਸੰਗਤ ਜੀ, ਗੁਰੂ ਮਹਾਰਾਜ ਨੇ ਸਾਨੂੰ ਬਿਠਾਇਆ ਸੰਗਤੀ ਰੂਪ ਦੇ ਵਿੱਚ। ਤੋ ਅੱਜ ਦਾ ਅਸੀਂ ਟੌਪਿਕ ਲਿਆ ਹੈ ਐਟੀਟਿਊਡ ਆਫ ਗ੍ਰੈਟੀਟਿਊਡ। ਪਹਿਲਾਂ ਮੁਸਕਰਾਉਂਦਾ ਹੋਇਆ ਚਿਹਰਾ ਰੱਖੋ ਸਾਰੇ ਜਾਣੇ। ਹੁਣ ਸੋਹਣੇ ਲੱਗ ਰਹੇ ਹੋ ਮੁਸਕਰਾਉਂਦੇ ਮੁਸਕਰਾਉਂਦੇ। ਸੰਗਤ ਜੀ, ਇਹ ਸਾਨੂੰ ਹੀ ਪਰਮਾਤਮਾ ਨੇ ਇੱਕ ਗੁਣ ਦਿੱਤਾ, ਅਸੀਂ ਮੁਸਕਰਾ ਸਕਦੇ ਹਾਂ। 84 ਲੱਖ ਜੂਨਾਂ ਦੇ ਵਿੱਚੋਂ ਇੱਕ ਮਨੁੱਖ ਆ ਜਿਹੜਾ ਮੁਸਕਰਾ ਸਕਦਾ। ਫਿਰ ਇੰਨਾ ਸੁੰਦਰ ਗਿਫਟ ਵਰਦਾਨ ਪਰਮਾਤਮਾ ਦਾ, ਅਸੀਂ ਇਹਨੂੰ ਕਿਉਂ ਨਾ ਇਸਤੇਮਾਲ ਕਰੀਏ। ਤੋ ਮੁਸਕਰਾਉਂਦਿਆਂ ਹੋਇਆ ਬੈਠੋ। ਤੋ ਐਟੀਟਿਊਡ ਆਫ ਗ੍ਰੈਟੀਟਿਊਡ। ਗ੍ਰੈਟੀਟਿਊਡ ਦਾ ਮਤਲਬ ਹੈ ਕਿ ਸ਼ੁਕਰਾਨੇ ਦਾ ਭਾਵ। ਸ਼ੁਕਰਾਨੇ ਦਾ ਭਾਵ ਦਾ ਮਤਲਬ ਇਹੋ ਜਿਹੀਆਂ ਫੀਲਿੰਗਸ ਅੰਦਰ ਆ ਜਾਣੀਆਂ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਅੱਛਾ ਹੈ। ਔਰ ਜਿਵੇਂ ਵਧੀ ਜਾਣਾ ਸ਼ੁਕਰਾਨਾ, ਬਹੁਤ ਅੱਛਾ ਹੈ ਮੇਰਾ ਜੀਵਨ, ਮੇਰੀ ਜ਼ਿੰਦਗੀ ਦੇ ਵਿੱਚ ਸਾਰੇ ਪਾਸੇ ਉਹਨੂੰ ਅੱਛਾ ਨਜ਼ਰ ਆਉਂਦਾ। ਸੋ ਇਹ ਜਿਹੜਾ ਸ਼ੁਕਰਾਨੇ ਦਾ ਭਾਵ ਆ, ਐਟੀਟਿਊਡ ਆਫ ਗ੍ਰੈਟੀਟਿਊਡ, ਇਹਦੇ ਲਈ ਵਿਦਵਾਨ ਮਹਾਂਪੁਰਖ ਸੰਤ ਲੋਕ ਜਿਨ੍ਹਾਂ ਨੇ ਜ਼ਿੰਦਗੀ ਦੇ ਤਜਰਬੇ ਹੰਢਾਏ ਨੇ, ਉਹ ਦੱਸਦੇ ਨੇ ਵੀ ਸ਼ੁਕਰਾਨਾ ਜਿਹੜਾ ਇਹ ਕਿੰਨਾ ਕੁ ਪਾਵਰਫੁਲ ਸ਼ਬਦ ਆ। ਮਤਲਬ ਸ਼ਬਦ ਮਤਲਬ ਉਹ ਸ਼ੁਕਰਾਨੇ ਦੇ ਭਾਵ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ, ਕੀ ਕਰ ਦਿੰਦਾ ਸ਼ੁਕਰਾਨਾ ਸਾਡੇ ਜੀਵਨ ਦੇ ਵਿੱਚ। ਇਹ ਕਹਿੰਦੇ ਨੇ ਮਹਾਂਪੁਰਖ ਲੋਕ, ਕਹਿੰਦੇ ਨੇ ਸ਼ੁਕਰਾਨੇ ਵਾਲੇ ਕੋਲ ਤਾਂ ਪਰਮਾਤਮਾ ਹੈ। ਕਿਉਂਕਿ ਜਦੋਂ ਸ਼ੁਕਰਾਨਾ ਕਰਦੇ ਹਾਂ ਤਾਂ ਅਸੀਂ ਜੁੜਦੇ ਹਾਂ ਪਰਮਾਤਮਾ ਨਾਲ। ਤਾਂ ਉਹ ਕਹਿੰਦੇ ਸ਼ੁਕਰਾਨਾ ਕਰਨ ਵਾਲੇ ਕੋਲ ਤਾਂ ਪਰਮਾਤਮਾ ਹੈ। ਔਰ ਧੰਨਵਾਦ, ਸ਼ੁਕਰੀਆ, ਗ੍ਰੈਟੀਟਿਊਡ ਜਿਹੜਾ ਇੱਕ ਸੱਚੀ ਪ੍ਰਾਰਥਨਾ ਆ। ਇਹ ਸਹੀ ਮੈਨੇ ਇੱਕ ਸੱਚੀ ਪ੍ਰਾਰਥਨਾ ਆ। ਔਰ ਸ਼ਿਕਾਇਤਾਂ ਕਰੀ ਜਾਣੀਆਂ ਮੇਰੇ ਕੋਲ ਜੀਵਨ ਵਿੱਚ ਆ ਵੀ ਨਹੀਂ ਹੈਗਾ, ਜਾਂ ਇੱਥੋਂ ਤੱਕ ਮੰਗਾਂ ਵੀ ਉਹ ਕਹਿੰਦੇ ਨੇ ਕਿ ਇਹ ਮੈਲੀ ਪ੍ਰਾਰਥਨਾ ਹੈ। ਜਿਹੜੀ ਸ਼ੁੱਧ ਪਵਿੱਤਰ ਪ੍ਰਾਰਥਨਾ ਹੈ, ਸੱਚੀ ਪ੍ਰਾਰਥਨਾ, ਉਹ ਹੈਗੀ ਹੈ ਕਿ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਵੀ ਇੰਨਾ ਕੁਝ ਦਿੱਤਾ ਤੂੰ ਪਰਮਾਤਮਾ ਸਾਨੂੰ। ਸ਼ੁਕਰਾਨਾ ਨਿਮਰਤਾ ਵਿੱਚੋਂ ਪੈਦਾ ਹੁੰਦਾ ਹੈ। ਅਸੀਂ ਤਾਂ ਇਸ ਕਾਬਲ ਵੀ ਨਹੀਂ ਸੀ, ਸਾਨੂੰ ਇੰਨਾ ਕੁਝ ਦੇ ਦਿੱਤਾ। ਔਰ ਜਿਹਦੇ ਕੋਲ ਜ਼ਿੰਦਗੀ ਵਿੱਚ ਸ਼ੁਕਰਾਨੇ ਦੇ ਭਾਵ ਨਹੀਂ, ਉਹ ਜ਼ਿਆਦਾਤਰ ਆਈ ਮੀ ਮਾਈ ਸੈਲਫ ਵਿੱਚ ਹੀ ਫਸਿਆ ਹੁੰਦਾ ਹੈ। ਇਕੱਲਾ ਪਰਮਾਤਮਾ ਦਾ ਸ਼ੁਕਰਾਨਾ ਨਹੀਂ, ਆਸ-ਪਾਸ ਵੀ ਸਾਡੇ ਜੋ ਵੀ ਰਹਿ ਰਹੇ ਨੇ, ਅਸੀਂ ਵਿਚਰ ਰਹੇ ਹਾਂ, ਉਹ ਸਭ ਦਾ ਸ਼ੁਕਰਾਨੇ ਦਾ ਭਾਵ ਅੰਦਰੋਂ। ਮਹਾਂਪੁਰਖ ਲੋਕ ਕਹਿੰਦੇ ਨੇ ਸ਼ੁਕਰਾਨਾ ਕਰਨ ਵਾਲਾ ਜਿਹੜਾ ਸਦਾ ਹੀ ਸੁਖੀ ਰਹਿੰਦਾ ਹੈ। ਸਦਾ ਹੀ ਸੁਖੀ, ਜਿਹੜਾ ਰੋਜ਼ ਨਿਤ ਸ਼ੁਕਰਾਨਾ ਕਰਦਾ ਉਹ ਸਦਾ ਹੀ ਸੁਖੀ ਰਹਿੰਦਾ। ਔਰ ਸ਼ਿਕਾਇਤਾਂ ਕਰਨ ਵਾਲੇ ਨੂੰ ਤਾਂ ਰੱਬ ਵੀ ਸੁਖੀ ਨਹੀਂ ਕਰ ਸਕਦਾ। ਔਰ ਜਿਹਦੇ ਕੋਲ ਸ਼ਿਕਾਇਤਾਂ ਨੇ ਉਹ ਸਾਰਾ ਜੀਵਨ ਦੁਖੀ ਰਹਿੰਦਾ, ਔਰ ਮਰਨ ਵੇਲੇ ਤੱਕ ਵੀ ਉਹ ਸੁੱਖ ਦਾ ਅਹਿਸਾਸ ਨਹੀਂ ਕਰ ਪਾਉਂਦਾ, ਕਿਉਂਕਿ ਉਹ ਸ਼ਿਕਾਇਤਾਂ ਕਰੀ ਜਾਂਦਾ ਜੀਵਨ ਦੇ ਵਿੱਚ। ਸੋ ਅਸੀਂ ਆਪਣੇ ਆਪ ਨੂੰ ਹੁਣ ਇਹ ਚੈੱਕ ਕਰੀ ਜਾਣਾ, ਅਗਰ ਸ਼ਿਕਾਇਤਾਂ ਨੇ ਅੱਜ ਤੋਂ ਛੱਡਾਂਗੇ ਔਰ ਸ਼ੁਕਰਾਨੇ ਵੱਲ ਚੱਲਾਂਗੇ। ਇਹ ਤੇ ਅਸੀਂ ਐਕਸਰਸਾਈਜ਼ ਵੀ ਕਰਾਂਗੇ ਵੀ ਕਿਵੇਂ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ, ਤਾਂ ਕਿ ਸਾਨੂੰ ਸਾਰਿਆਂ ਨੂੰ ਉਹਦਾ ਪ੍ਰੈਕਟੀਕਲ ਕਰਨਾ ਜਿਹੜਾ ਸਾਨੂੰ ਸ਼ੁਕਰਾਨਾ ਆ ਜਾਵੇ। ਉਹ ਕਹਿੰਦੇ ਨੇ ਸ਼ੁਕਰਾਨਾ ਕਰਨ ਵਾਲਾ ਜਿਹੜਾ ਵਿਅਕਤੀ ਆ, ਜਾਂ ਸ਼ੁਕਰਾਨੇ ਦੇ ਨਾਲ ਜਿਹੜਾ ਭਰਿਆ ਵਿਅਕਤੀ ਆ, ਇਹ ਤਾਂ ਇੱਕ ਮੈਗਨੇਟ ਬਣ ਜਾਂਦਾ। ਔਰ ਕਿਹੋ ਜਿਹਾ ਮੈਗਨੇਟ ਬਣ ਜਾਂਦਾ? ਹੋਰ ਅੱਛਾ ਰਿਸੀਵ ਕਰਨ ਦੇ ਲਈ, ਜ਼ਿੰਦਗੀ ਵਿੱਚ ਹੋਰ ਅੱਛਾ ਰਿਸੀਵ ਕਰਨ ਦੇ ਲਈ। ਮੈਗਨੇਟ ਬਣਨਾ ਚਾਹੁੰਦੇ ਹੋ? ਮੁਸਕਰਾਉਂਦੇ ਹਾਂ ਸਾਰੇ ਜਾਣੇ ਆਪਣੇ ਅੰਦਰ ਨੂੰ ਯੈਸ ਕਹੋ ਆਪਣੇ ਸਿਸਟਮ ਨੂੰ, ਤਾਂ ਕਿ ਸ਼ੁਕਰਾਨੇ ਦੇ ਭਾਵ ਵਿੱਚ ਅਸੀਂ ਰਹਿ ਪਾਈਏ। ਕਹਿੰਦੇ ਨੇ ਸ਼ੁਕਰਾਨਾ ਅਦਾ ਕਰਨਾ ਤੇ ਮੁਆਫੀ ਮੰਗਣਾ ਦੋ ਇਹੋ ਜਿਹੇ ਗੁਣ ਨੇ। ਸ਼ੁਕਰਾਨਾ ਅਦਾ ਕਰਨਾ ਅਤੇ ਮੁਆਫੀ ਮੰਗਣਾ ਦੋ ਇਹੋ ਜਿਹੇ ਗੁਣ ਨੇ, ਜਿਸ ਵਿਅਕਤੀ ਪਾਸ ਇਹ ਗੁਣ ਹੈਗੇ ਨੇ ਉਹ ਰੱਬ ਦੇ ਸਭ ਤੋਂ ਨੇੜੇ ਕਹਿ ਲਓ, ਅਜ਼ੀਜ਼ ਕਹਿ ਲਓ। ਉਹ ਸਭ ਰੱਬ ਦੇ ਅਜ਼ੀਜ਼ ਹੈ ਔਰ ਰੱਬ ਦੇ ਕਰੀਬ ਹੈ। ਸਭ ਤੋਂ ਜ਼ਿਆਦਾ ਉਹ ਰੱਬ ਦੇ ਨੇੜੇ ਹੈ, ਜਿਹੜਾ ਮਾਫੀ ਮੰਗ ਲੈਂਦਾ ਹੈ ਔਰ ਜਿਹਦੇ ਕੋਲ ਸ਼ੁਕਰਾਨਾ ਹੈ। ਸੋ ਅਸੀਂ ਫੋਰਗਿਵਨੈਸ ਦੇ ਵੀ ਕੰਮ ਕਰਾਂਗੇ, ਅੱਜ ਅਸੀਂ ਸ਼ੁਕਰਾਨੇ ਤੇ ਹੀ ਕੰਮ ਕਰਾਂਗੇ। ਤਾਂ ਉਹ ਕਹਿੰਦੇ ਨੇ ਵੀ ਜਿਹੜਾ ਸ਼ੁਕਰਾਨਾ ਹੈ ਨਾ, ਗ੍ਰੈਟੀਟਿਊਡ ਜਿਹੜਾ ਆ, ਇਹ ਤੁਹਾਡੀ ਲਾਈਫ ਦੀ ਕਮੀ ਨੂੰ, ਉਹਨੂੰ ਧਿਆਨ ਨਾਲ ਸੁਣਿਓ ਵੀ ਸ਼ੁਕਰਾਨਾ ਕਿੰਨਾ ਸਾਡੇ ਜੀਵਨ ਦੇ ਉੱਤੇ ਅਸਰ ਪਾਉਂਦਾ। ਤੁਹਾਡੀ ਜ਼ਿੰਦਗੀ ਦੀ ਕਮੀ ਨੂੰ ਸਮਰਿੱਧੀ ਵਿੱਚ ਬਦਲ ਦਿੰਦਾ। ਮਤਲਬ ਤੁਸੀਂ ਕਮੀਆਂ ਦੇਖੀ ਜਾਓਗੇ ਤਾਂ ਗੱਲ ਨਹੀਂ ਬਣਨੀ। ਜੋ ਮਿਲਿਆ ਉਹਦਾ ਸ਼ੁਕਰ ਕਰਨਾ ਸ਼ੁਰੂ ਕਰ ਦਿਓ, ਤੁਹਾਡੀਆਂ ਕਮੀਆਂ ਨੂੰ ਸਮਰਿੱਧੀ ਦੇ ਵਿੱਚ ਬਦਲ ਦੇਵੇਗਾ।
ਔਰ ਤੁਹਾਡੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲ ਦੇਵੇਗਾ। ਕਿੱਡਾ ਕਮਾਲ ਆ। ਅਸੀਂ ਸਾਰੇ ਚਾਹੁੰਦੇ ਸੁਖੀ ਰਹੀਏ, ਸਮਰਿੱਧੀ ਹੋਵੇ, ਤਾਂ ਫਿਰ ਇੱਕ ਸ਼ੁਕਰਾਨਾ ਨਹੀਂ ਅਸੀਂ ਕਰਦੇ, ਇਹ ਅਸੀਂ ਕਰਨਾ ਆ। ਸ਼ੁਕਰਾਨੇ ਦੇ ਭਾਵ ਵਿੱਚ ਰਹਿਣਾ ਆ। ਨਿੱਕੀ ਨਿੱਕੀ ਚੀਜ਼ ਦਾ ਸ਼ੁਕਰਾਨਾ ਕਰੋ। ਹੋਰ ਕੀ ਕਰਦਾ ਆ, ਤੁਹਾਡੇ ਪੁਰਾਣੇ ਦੁੱਖ ਨੂੰ ਵਿਜ਼ਡਮ ਵਿੱਚ ਬਦਲ ਦਿੰਦਾ। ਉਹ ਸਿਆਣਪ ਨਾਲ ਉਸਨੂੰ ਦੇਖਣ ਲੱਗ ਜਾਂਦੇ ਵੀ ਉਹਦੇ ਵਿੱਚ ਕੀ ਛੁਪਿਆ ਸੀ ਜਿਹਦੇ ਵਿੱਚ ਮੇਰਾ ਕਲਿਆਣ ਆ, ਔਰ ਕਨਫਿਊਜ਼ਨ ਨੂੰ ਕਲੈਰਿਟੀ ਵਿੱਚ ਲੈ ਜਾਂਦਾ ਸ਼ੁਕਰਾਨਾ। ਔਰ ਸੁਪਨਿਆਂ ਨੂੰ ਵਿਜ਼ਨ, ਇਹੋ ਜਿਹਾ ਵਿਜ਼ਨ ਮਿਲ ਜਾਂਦਾ ਸੁਪਨਿਆਂ ਨੂੰ, ਸੁਪਨਿਆਂ ਨੂੰ ਵਿਜ਼ਨ ਵਿੱਚ ਸਫਲ ਕਰ ਦਿੰਦਾ ਹੈ ਜਿਹੜਾ ਸ਼ੁਕਰਾਨਾ ਹੈ। ਮਤਲਬ ਜੋ ਤੁਸੀਂ ਸੁਪਨੇ ਲੈਂਦੇ ਹੋ, ਜੋ ਚਾਹੁੰਦੇ ਹੋ ਜੀਵਨ ਦੇ ਵਿੱਚ, ਅਗਰ ਸ਼ੁਕਰਾਨੇ ਦੇ ਭਾਵ ਵਿੱਚ ਹੋ ਤਾਂ ਜੋ ਚਾਹੁੰਦੇ ਹੋ ਉਹ ਵੀ ਤੁਹਾਡੇ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਇੰਨਾ ਕਮਾਲ ਸ਼ੁਕਰਾਨੇ ਦਾ। ਹੁਣ ਅਸੀਂ ਹੋਰ ਮਹਾਂਪੁਰਖਾਂ ਦੇ ਵਚਨ ਸੁਣੀਏ। ਮਹਾਂਪੁਰਖ ਲੋਕ ਕਹਿੰਦੇ ਨੇ ਕਿ ਅਗਰ ਮਹਾਤਮਾ ਬੁੱਧ ਜੀ ਨੂੰ ਲੈ ਲਈਏ, ਉਹ ਕਹਿੰਦੇ ਨੇ ਵੀ ਤੁਸੀਂ ਜੋ ਸੋਚਦੇ ਹੋ ਉਹੀ ਤੁਸੀਂ ਬਣੀ ਜਾਂਦੇ ਹੋ, ਔਰ ਅੱਜ ਵੀ ਜੋ ਤੁਸੀਂ ਹੋ ਆਪਣੀ ਸੋਚ ਦਾ ਹੀ ਰਿਜ਼ਲਟ ਹੋ। ਜੋ ਤੁਹਾਡੇ ਜੀਵਨ ਵਿੱਚ ਹੈ ਤੁਹਾਡੀ ਸੋਚ ਕਰਕੇ ਹੀ ਹੈ, ਕਿਉਂਕਿ ਸਾਡੀ ਇੱਕ ਇੱਕ ਸੋਚ ਜਿਹੜੀ ਹੈ ਵਾਈਬ੍ਰੇਟ ਕਰਦੀ ਹੈ, ਇਹਦੀ ਫ੍ਰੀਕੁਐਂਸੀ ਹੁੰਦੀ ਹੈ। ਔਰ ਫਿਰ ਯੂਨੀਵਰਸ ਵਿੱਚੋਂ, ਇਹ ਮਹਾਤਮਾ ਬੁੱਧ ਜੀ ਨੇ ਤਾਂ ਕਿੰਨੇ ਸਾਲ ਪਹਿਲਾਂ ਕਹਿ ਦਿੱਤਾ ਸੀ, ਸਾਇੰਸ ਰਿਸਰਚਸ ਕਰਕੇ ਦੱਸ ਰਹੀਆਂ ਨੇ, ਫਿਰ ਯੂਨੀਵਰਸ ਵਿੱਚੋਂ ਉਹੀ ਅਟਰੈਕਟ ਕਰਕੇ ਉਹ ਜਿਹੀ એનર્ਜੀ ਸਾਡੇ ਜੀਵਨ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਕਹਿੰਦੇ ਜੋ ਤੁਸੀਂ ਅੱਜ ਸੋਚ ਰਹੇ ਹੋ ਇਹੀ ਤੁਹਾਡਾ ਜੀਵਨ ਹੋਣ ਵਾਲਾ, ਔਰ ਅੱਜ ਤੁਸੀਂ ਜੋ ਹੈ ਇਹ ਤੁਸੀਂ ਸੋਚਿਆ ਸੀ, ਤੁਹਾਡੀ ਹੀ ਸੋਚ। ਤਾਂ ਫਿਰ ਆਪਣੇ ਕਹਿੰਦੇ ਨੇ ਅਗਰ ਜ਼ਿੰਦਗੀ ਤੁਸੀਂ ਅੱਛੀ ਚਾਹੁੰਦੇ ਹੋ ਤਾਂ ਫਿਰ ਉਹ ਚੀਜ਼ਾਂ ਸੋਚੋ ਜਿਹੜੀਆਂ ਤੁਸੀਂ ਜ਼ਿੰਦਗੀ ਵਿੱਚ ਚਾਹੁੰਦੇ ਹੋ, ਔਰ ਉਹਨਾਂ ਦਾ ਸ਼ੁਕਰਾਨਾ ਕਰੋ। ਔਰ ਜੋ ਤੁਸੀਂ ਨਹੀਂ ਚਾਹੁੰਦੇ ਉਹ ਇੱਕ ਸਿੰਗਲ ਥਾਟ, ਸਿੰਗਲ ਵਰਡ ਵੀ ਤੁਹਾਡੇ ਜੀਵਨ ਵਿੱਚ ਮਤਲਬ ਨਹੀਂ ਆਉਣਾ ਚਾਹੀਦਾ। ਧਿਆਨ ਇੰਨਾ ਸੋਚਦੇ ਧਿਆਨ ਰੱਖਣਾ, ਇੰਨਾ ਸ਼ਬਦਾਂ ਤੇ ਧਿਆਨ ਰੱਖਣਾ। ਸੋ ਮਹਾਤਮਾ ਬੁੱਧ ਜੀ ਕਹਿੰਦੇ ਕੀ ਇੰਨਾ ਘੱਟ ਸ਼ੁਕਰ ਆ, ਤੁਹਾਨੂੰ ਜੀਵਨ ਮਿਲਿਆ, ਤੁਹਾਡੇ ਸਵਾਸ ਚੱਲ ਰਹੇ ਨੇ, ਅੱਜ ਦਾ ਦਿਨ ਤੁਸੀਂ ਕੁਝ ਅੱਛਾ ਕਰ ਸਕਦੇ ਹੋ, ਸਵਾਰ ਸਕਦੇ ਹੋ ਆਪਣੇ ਆਪ ਨੂੰ, ਆਪਣੇ ਸੈਲਫ ਤੇ ਫੋਕਸ ਕਰ ਸਕਦੇ ਹੋ, ਕਿ ਇੰਨਾ ਘੱਟ ਸ਼ੁਕਰ ਆ। ਇੱਥੇ ਤੱਕ ਤਾਂ ਅਸੀਂ ਜਾਂਦੇ ਹੀ ਨਹੀਂ ਆ। ਸੋ ਦੇਖੋ ਮਹਾਂਪੁਰਖ ਸਾਨੂੰ ਕਿੰਨਾ ਆਪਣੇ ਸੈਲਫ ਤੱਕ ਲੈ ਕੇ ਆਉਂਦੇ ਨੇ। ਹਜ਼ਰਤ ਮੁਹੰਮਦ ਸਾਹਿਬ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਜੋ ਤੁਹਾਡੇ ਪਾਸ ਹੈ ਇਸ ਨੂੰ ਅਗਰ ਕਾਇਮ ਰੱਖਣਾ ਚਾਹੁੰਦੇ ਹੋ, ਇਹ ਵੀ ਨਾ ਚਲਾ ਜਾਵੇ ਜੀਵਨ ਵਿੱਚੋਂ, ਅਗਰ ਇਸ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ 100 ਵਾਰ ਸ਼ੁਕਰਾਨਾ ਕਰੋ ਪਰਮਾਤਮਾ ਦਾ। ਫਿਰ ਉਹ ਕਹਿੰਦੇ ਨੇ ਕੁਦਰਤ ਦਾ ਇੱਕ ਕਾਨੂੰਨ ਆ, ਜਿਸ ਚੀਜ਼ ਦਾ ਤੁਸੀਂ ਸ਼ੁਕਰਾਨਾ ਕਰਦੇ ਹੋ ਉਹ ਬਰਕਤਾਂ ਉਹੋ ਜਿਹੀਆਂ ਤੁਹਾਡੇ ਘਰ ਵਿੱਚ ਆਉਣ ਲੱਗ ਜਾਂਦੀਆਂ ਨੇ, ਤੁਹਾਡੇ ਜੀਵਨ ਵਿੱਚ ਆਉਣ ਲੱਗ ਜਾਂਦੀਆਂ। ਸੋ ਸ਼ੁਕਰਾਨਾ ਬਾਈਬਲ ਦੇ ਵਿੱਚ ਸੰਗਤ ਜੀ ਬੜੀ ਕਮਾਲ ਦੀ ਗੱਲ ਹੈ। ਬਾਈਬਲ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ, ਔਰ ਜਿਸ ਕੋਲ ਨਹੀਂ ਉਸ ਕੋਲੋਂ ਉਹ ਵੀ ਖੋਹ ਲਿਆ ਜਾਵੇਗਾ। ਤਾਂ ਬੜੀ ਇਹਦੇ ਤੇ ਕਿੰਨੇ ਸਾਲ ਇਹਦੇ ਉੱਤੇ ਕੰਮ ਹੁੰਦਾ ਰਿਹਾ, ਕਿੰਨੇ ਸਾਲ ਕੰਮ ਹੁੰਦਾ ਰਿਹਾ ਵੀ ਇਹ ਇਸ ਤਰ੍ਹਾਂ ਜੀਸਸ ਜੀ ਨੇ ਕੀ ਸ਼ਬਦ ਕਹਿ ਦਿੱਤਾ। ਇਹਦਾ ਮਤਲਬ ਤਾਂ ਇਹ ਹੋ ਗਿਆ ਜਿਹੜਾ ਅਮੀਰ ਆ ਉਹ ਹੋਰ ਅਮੀਰ ਹੁੰਦਾ ਚਲਾ ਜਾਵੇਗਾ, ਔਰ ਜਿਹੜਾ ਗਰੀਬ ਆ ਹੋਰ ਗਰੀਬ ਹੋ ਜਾਏਗਾ। ਇਹ ਉਹਨਾਂ ਨੇ ਕੀ ਇਹੋ ਜਿਹਾ ਕਿਹਾ। ਫਿਰ ਉਹਨਾਂ ਨੇ ਬੜੇ ਆਪਣੇ ਫਿਲਾਸਫਰ ਬਿਠਾਏ, ਬਾਰ-ਬਾਰ ਇਹਦੇ ਉੱਤੇ ਰਿਸਰਚਸ ਕੀਤੀਆਂ ਗਈਆਂ। ਫਿਰ ਫਾਈਨਲੀ ਉਹਨਾਂ ਨੇ ਇੱਕ ਸ਼ਬਦ ਇਹਦੇ ਵਿੱਚ ਐਡ ਕਰ ਦਿੱਤਾ, ਗ੍ਰੈਟੀਟਿਊਡ। ਉਹ ਗ੍ਰੈਟੀਟਿਊਡ ਸ਼ਬਦ ਐਡ ਕਰਨ ਦੇ ਨਾਲ ਸਾਰੀ ਤੁਕ ਦਾ ਅਰਥ ਹੀ ਬਦਲ ਗਿਆ। ਜਿਸ ਕੋਲ ਹੈ ਕਿ ਜਿਸ ਕੋਲ ਸ਼ੁਕਰਾਨਾ ਹੈ, ਜਿਸ ਕੋਲ ਗ੍ਰੈਟੀਟਿਊਡ ਹੈ ਉਸ ਨੂੰ ਹੋਰ ਮਿਲੇਗਾ, ਔਰ ਜਿਸ ਕੋਲ ਗ੍ਰੈਟੀਟਿਊਡ ਨਹੀਂ ਉਸਕੋ ਜੋ ਹੈ ਉਹ ਵੀ ਖੋਲਿਆ ਜਾਵੇਗਾ। ਫਿਰ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਪੰਕਤੀਆਂ ਨੇ ਉਹ ਫਿਰ ਇਹਦੇ ਨਾਲ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਵੀ ਗਰੀਬ ਗਰੀਬ ਹੀ ਰਹੇਗਾ, ਅਮੀਰ ਹੋਰ ਅਮੀਰ ਹੁੰਦਾ ਚਲਾ ਜਾਵੇਗਾ, ਸਿਹਤਮੰਦ ਸਿਹਤਮੰਦ ਹੀ ਰਹੇਗਾ, ਰੋਗੀ ਹੋਰ ਰੋਗੀ ਹੁੰਦਾ ਚਲਾ ਜਾਵੇਗਾ। ਇਹ ਸੈਂਕੜੇ ਸਾਲ ਉਹਨਾਂ ਨੂੰ ਲੱਭ ਗਿਆ ਵੀ ਉਹ ਕਿਹੜਾ ਮਿਸਿੰਗ ਵਰਡ ਆ, ਉਹ ਕਿਸੇ ਸ਼ੁਕਰਾਨਾ, ਗ੍ਰੈਟੀਟਿਊਡ। ਔਰ ਇਹਦੇ ਉੱਤੇ ਫਿਰ ਬੜੀਆਂ ਰਿਸਰਚਸ ਵੀ ਹੋਈਆਂ ਔਰ ਪਤਾ ਵੀ ਚੱਲ ਗਿਆ ਕਿ ਵਾਕਿਆ ਹੀ ਇਹ ਗ੍ਰੈਟੀਟਿਊਡ ਸ਼ਬਦ ਜਿਹੜਾ ਹੈ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੰਦਾ ਹੈ। ਸੋ ਜਿਹੜੇ ਗ੍ਰੇਟਫੁਲ ਲੋਕ ਨੇ, ਸ਼ੁਕਰਾਨੇ ਦੇ ਭਾਵ ਵਾਲੇ ਲੋਕ ਨੇ, ਜ਼ਿੰਦਗੀ ਨੂੰ ਉਹੀ ਇੰਜੋਏ ਕਰਦੇ ਨੇ ਸੰਗਤ ਜੀ, ਹੋਰ ਨਹੀਂ ਇੰਜੋਏ ਕਰ ਸਕਦੇ, ਜ਼ਿੰਦਗੀ ਨੂੰ ਇੰਜੋਏ ਕਰਦੇ ਨੇ। ਔਰ ਜਿੰਨੇ ਸਕਸੈਸਫੁਲ ਲੋਕ ਹੋਏ ਨੇ ਜ਼ਿਆਦਾਤਰ ਉਹਨਾਂ ਦਾ ਜਿਹੜਾ ਐਟੀਟਿਊਡ ਹੈਗਾ ਗ੍ਰੈਟੀਟਿਊਡ ਵਾਲਾ ਹੀ ਹੁੰਦਾ ਜ਼ਿਆਦਾਤਰ।
ਥੋੜ੍ਹੇ ਥੋੜ੍ਹੇ ਨੈਗੇਟਿਵ ਭਾਵ ਆ ਸਕਦਾ, ਪਰ ਜ਼ਿਆਦਾਤਰ ਇਸ ਕਰਕੇ ਉਹ ਹੋਰ ਆਪਣੀ ਜ਼ਿੰਦਗੀ ਦੇ ਵਿੱਚ ਅਟਰੈਕਟ ਕਰਦੇ ਨੇ ਸਫਲਤਾ ਨੂੰ, ਕਾਮਯਾਬੀ ਨੂੰ, ਅੱਛਾ ਹੋਣ ਨੂੰ। ਸੋ ਹੁਣ ਅਸੀਂ ਕਰੀਏ ਸੰਗਤ ਜੀ ਯੂਨੀਵਰਸਿਟੀਜ਼ ਦੀਆਂ ਗੱਲਾਂ, ਜਿੱਥੇ ਰਿਸਰਚਸ ਹੋਈਆਂ ਨੇ। 50 ਤੋਂ ਜ਼ਿਆਦਾ ਯੂਨੀਵਰਸਿਟੀਜ਼ ਨੇ ਜਿਨ੍ਹਾਂ ਨੇ ਰਿਸਰਚਸ ਕੀਤੀਆਂ ਨੇ ਇਹ ਐਟੀਟਿਊਡ ਆਫ ਗ੍ਰੈਟੀਟਿਊਡ ਦੇ ਉੱਤੇ। ਸੋ ਬਰਮਿੰਗਮ ਦੇ ਵਿੱਚ ਵੀ ਹੋਈ ਸੀ ਰਿਸਰਚ। 10,000 ਲੋਕਾਂ ਤੇ 3 ਸਾਲ ਕੰਮ ਕੀਤਾ ਗਿਆ। ਜਿਹੜੇ ਲੋਕ ਚਾਹੁੰਦੇ ਸਨ ਸਾਡੇ ਤੇ ਕੰਮ ਕਰੋ, ਅਸੀਂ ਵੀ ਦੇਖੀਏ ਗ੍ਰੈਟੀਟਿਊਡ ਦਾ ਕੀ ਫਰਕ ਪੈਂਦਾ। ਤਾਂ 10,000 ਲੋਕਾਂ ਦੇ ਉੱਤੇ ਕੰਮ ਕੀਤਾ ਗਿਆ। ਹੋਰ ਵੀ ਯੂਨੀਵਰਸਿਟੀ ਦੀ ਅਸੀਂ ਹੁਣ ਇਕੱਠੀਆਂ ਗੱਲ ਕਰ ਲਈਏ, ਯੂਨੀਵਰਸਿਟੀ ਆਫ ਬਰਮਿੰਗਮ, ਹਾਰਵਰਡ ਯੂਨੀਵਰਸਿਟੀ, UBC ਯੂਨੀਵਰਸਿਟੀ, ਬੇਅੰਤ 50 ਤੋਂ ਉੱਤੇ ਨੇ ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕੀਤਾ। ਕੰਮ ਕਰਨ ਤੋਂ ਬਾਅਦ ਜਿਹੜੀ ਬਰਮਿੰਗਮ ਦੀ ਯੂਨੀਵਰਸਿਟੀ ਇਹ ਤਾਂ ਕਹਿੰਦੀ ਹੈ ਵੀ ਯਕੀਨਨ ਗ੍ਰੈਟੀਟਿਊਡ ਮਤਲਬ ਪੱਕੀ ਗੱਲ ਆ, ਸ਼ਰਤੀਆ ਹੀ ਆ। ਅਗਰ ਤੁਹਾਡੇ 'ਚ ਇਸ ਤਰ੍ਹਾਂ ਦੇ ਤੁਹਾਡੇ ਭਾਵ ਨੇ ਸ਼ੁਕਰਾਨੇ ਵਾਲੇ, ਤਾਂ ਯਕੀਨਨ ਗ੍ਰੈਟੀਟਿਊਡ ਤੁਹਾਡੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਖੁਸ਼ਹਾਲੀ ਵਿੱਚ ਬਦਲ ਦਿੰਦਾ, ਹਰ ਪਹਿਲੂ ਨੂੰ। ਕਿੰਨੀ ਵੱਡੀ ਗੱਲ ਹੈ ਇਹ। 3,000 ਲੋਕਾਂ ਤੇ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ 10,000 ਲੋਕਾਂ ਤੇ 3 ਸਾਲ ਕੰਮ ਕਰਨ ਤੋਂ ਬਾਅਦ ਇਹ ਜਿਹੜਾ ਰਿਜ਼ਲਟ ਦੇ ਦਿੱਤਾ। ਬਾਕੀ ਹੋਰ ਯੂਨੀਵਰਸਿਟੀਜ਼ ਇਹ ਟੋਟਲ ਇਹ ਕੀ ਕਹਿੰਦੇ ਨੇ, ਜਿਹੜੀ ਹਾਰਵਰਡ ਯੂਨੀਵਰਸਿਟੀ ਹੈ, UBC ਯੂਨੀਵਰਸਿਟੀ ਹੈ, ਬਰਕਲੀ ਯੂਨੀਵਰਸਿਟੀ ਹੈ, ਇਹ ਕੀ ਕਹਿੰਦੇ ਨੇ? ਇਹ ਕਹਿੰਦੇ ਨੇ, ਹੁਣ ਧਿਆਨ ਨਾਲ ਸੁਣਿਓ ਵੀ ਇਹਨਾਂ ਨੇ ਕੀ ਰਿਜ਼ਲਟ ਕੱਢੇ ਨੇ, ਕਿੰਨੇ ਸਾਲ ਕਿੰਨੇ ਲੋਕਾਂ ਤੇ ਰਿਸਰਚਸ ਕਰਕੇ ਰਿਜ਼ਲਟ ਕੱਢਦੇ ਨੇ। ਇਹ ਕਹਿੰਦੇ ਗ੍ਰੈਟੀਟਿਊਡ ਤਾਂ ਇੱਕ ਵੈਕਸੀਨ ਹੈ, ਇਹ ਤਾਂ ਇੱਕ ਦਵਾਈ ਹੈ। ਇਹ ਐਂਟੀਟੌਕਸਿਨ ਹੈ, ਐਂਟੀਸੈਪਟਿਕ ਹੈ ਅਤੇ ਅੰਦਰਲੇ ਸਾਰੇ ਟੌਕਸਿਨ ਨੂੰ ਬਾਹਰ ਕੱਢ ਦਿੰਦੀ ਹੈ। ਬੋਡੀ ਐਂਡ ਮਾਈਂਡ ਦੋਨਾਂ ਦੇ ਵਿੱਚੋਂ ਸਾਰੇ ਤੁਹਾਡੀਆਂ ਜ਼ਹਿਰਾਂ ਨੂੰ ਬਾਹਰ ਕੱਢ ਦਿੰਦਾ ਸ਼ੁਕਰਾਨਾ, ਗ੍ਰੈਟੀਟਿਊਡ। ਹੋਰ ਕਹਿੰਦੇ ਨੇ ਵੀ ਇਹ ਜਿਹੜਾ ਸ਼ੁਕਰਾਨਾ ਆ, ਇਹ ਸਭ ਤੋਂ ਪਹਿਲਾਂ ਕੀ ਕੰਮ ਕਰਦਾ ਤੁਹਾਡੇ ਜੀਵਨ ਵਿੱਚ? ਜਦੋਂ ਤੁਸੀਂ ਸ਼ੁਕਰਾਨੇ ਦੇ ਭਾਵ ਵਿੱਚ ਆਉਣ ਲੱਗ ਜਾਂਦੇ, ਤੁਹਾਡਾ ਫੇਥ ਜਿਹੜਾ ਗੁੱਡਨੈਸ ਵੱਲ ਨੂੰ ਲੈ ਜਾਂਦਾ ਕਿ ਮੇਰੇ ਜੀਵਨ ਵਿੱਚ ਕੁਝ ਚੰਗਾ ਹੋ ਰਿਹਾ, ਕੁਝ ਚੰਗਾ ਹੋ ਰਿਹਾ। ਕਿੰਨੀ ਵੱਡੀ ਗੱਲ ਹੈ ਅਗਰ ਅਸੀਂ ਚੰਗਾ ਹੀ ਸੋਚਣ ਲੱਗ ਜਾਈਏ, ਚੰਗਾ ਹੋ ਰਿਹਾ, ਚੰਗਾ ਦੇਖਣ ਲੱਗ ਜਾਈਏ। ਹੋਰ ਗ੍ਰੈਟੀਟਿਊਡ ਕੀ ਕੰਮ ਕਰਦਾ? ਨੈਗੇਟਿਵਿਟੀ ਨੂੰ ਦੂਰ ਕਰ ਦਿੰਦਾ ਹੈ। ਸਾਰੇ ਅਸੀਂ ਚਾਹੁੰਦੇ ਆ ਨਾ ਨੈਗੇਟਿਵਿਟੀ ਨਾ ਆਵੇ, ਤਾਂ ਸ਼ੁਕਰਾਨਾ ਕਰਨਾ ਸ਼ੁਰੂ ਕਰੋ। ਹੈਲਥ ਤੇ ਯਕੀਨਨ ਪ੍ਰਭਾਵ ਪਾਉਂਦਾ ਹੈ, ਪੀਸਫੁਲ ਮਾਈਂਡ ਬਣਦਾ ਇਸ ਦੇ ਨਾਲ। ਔਰ ਜਿਹੜਾ ਮਨੁੱਖ ਸ਼ਾਂਤ ਆ, ਜਿਹਦਾ ਮਨ ਸ਼ਾਂਤ ਰਹਿੰਦਾ ਆ, ਉਹਦਾ ਏਜਿੰਗ ਪ੍ਰੋਸੈਸ ਵੀ ਜਿਹੜਾ ਹੈ ਉਹ ਸਲੋ ਹੋ ਜਾਂਦਾ। ਔਰ ਜਿਹੜਾ ਅਸ਼ਾਂਤ ਆ, ਉਮਰ ਤੋਂ ਪਹਿਲਾਂ ਹੀ ਬੁੱਢਾ ਲੱਗਣ ਲੱਗ ਜਾਂਦਾ ਹੈ। ਸੋ ਤਾਂ ਲੇਡੀਜ਼ ਦੇਖੋ ਲੋ ਮੁਸਕਰਾਉਣ ਲੱਗ ਗਈਆਂ ਹੈ। ਅੱਛੀ ਗੱਲ ਆ, ਤੁਸੀਂ ਮੁਸਕਰਾਓ ਔਰ ਸ਼ੁਕਰਾਨਾ ਕਰੋ ਪਰਮਾਤਮਾ ਦਾ, ਤੇ ਤਾਂ ਕਿ ਤੁਸੀਂ ਸੋਹਣੇ ਸੋਹਣੇ ਨਜ਼ਰ ਆਉਂਦੇ ਰਹੋ, ਹੈ ਬੁਢਾਪਾ ਨੇੜੇ ਵੀ ਨਾ ਆਵੇ। ਠੀਕ। ਹੋਰ ਕੀ ਕਰਦਾ? ਇਹ ਇਮਿਊਨ ਸਿਸਟਮ ਨੂੰ ਸਟਰੋਂਗ ਕਰ ਦਿੰਦਾ, ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਕੇ ਰੱਖ ਦਿੰਦਾ। ਖੁਸ਼ੀ ਫੀਲ ਕਰਦਾ ਬੰਦਾ, ਖੁਸ਼ ਅੰਦਰੋਂ, ਇਹ ਕਿੱਡੀ ਵੱਡੀ ਗੱਲ ਆ। ਸੋ ਸ਼ੁਕਰਾਨੇ ਵਿੱਚ ਅਸੀਂ ਖੁਸ਼ੀ ਫੀਲ ਕਰਦੇ ਹਾਂ, ਇਹ ਰਿਸਰਚਸ ਕਹਿ ਰਹੀ ਨੇ ਸੰਗਤ। ਫਿਰ ਤੁਹਾਡੇ ਕੈਰੀਅਰ ਨੂੰ ਬੂਸਟ ਕਰਦਾ ਹੈ। ਜੋ ਵੀ ਤੁਹਾਡਾ ਜ਼ਿੰਦਗੀ ਵਿੱਚ ਤੁਹਾਡਾ ਗੋਲ ਆ, ਉੱਥੇ ਤੱਕ ਵੀ ਤੁਹਾਨੂੰ ਪਹੁੰਚਾਉਂਦਾ ਜਿਹੜਾ ਸ਼ੁਕਰਾਨਾ ਹੈ। ਪੋਜ਼ਿਟਿਵ ਇਮੋਸ਼ਨਸ ਤੁਹਾਡੇ ਜ਼ਿੰਦਗੀ ਵਿੱਚ ਵਧਣ ਲੱਗ ਜਾਂਦੇ ਨੇ। ਪਰਸਨੈਲਿਟੀ ਡਿਵੈਲਪਮੈਂਟ, ਜਿਵੇਂ ਆਪਾਂ ਕਿੰਨੇ ਕਰਦੇ ਪ੍ਰੋਗਰਾਮ, ਇਹ ਕਰ ਲਓ, ਇਹ ਕਰ ਲਓ, ਆਟੋਮੈਟਿਕਲੀ ਤੁਹਾਡੀ ਪਰਸਨੈਲਿਟੀ ਜਿਹੜੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਬਹੁਤ ਵੱਡਾ ਰੋਲ ਆ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਵਿੱਚ ਸ਼ੁਕਰਾਨੇ ਦਾ। ਸੈਲਫ ਸਟੀਮ ਵਿੱਚ ਵਾਧਾ ਹੁੰਦਾ, ਕੌਨਫੀਡੈਂਸ ਵਿੱਚ ਵਾਧਾ ਆ ਜਾਂਦਾ ਸ਼ੁਕਰਾਨੇ ਕਰਨ ਵਾਲੇ ਦਾ। ਤੇ ਤੁਹਾਡੀ ਨੀਂਦ ਦੀ ਕੁਆਲਿਟੀ ਬਦਲ ਜਾਂਦੀ ਹੈ, ਅੱਛੀ ਸੋਹਣੀ ਮਿੱਠੀ ਨੀਂਦ ਤੁਸੀਂ ਲੈਂਦੇ ਹੋ, ਡੀਪ ਸਲੀਪ ਲੈ ਪਾਉਂਦੇ ਹੋ ਤੁਸੀਂ। ਤੁਹਾਨੂੰ ਡਾਕਟਰਾਂ ਤੋਂ ਦੂਰ ਰੱਖਦਾ ਸ਼ੁਕਰਾਨਾ ਜਿਹੜਾ ਆ, ਤੁਹਾਨੂੰ ਰਿਲੈਕਸ ਕਰਨ ਵਿੱਚ ਬਹੁਤ ਸਹਾਈ ਹੁੰਦਾ ਆ। ਫੀਲ ਗੁੱਡ ਫੀਲ ਕਰਦੇ ਹੋ ਤੁਸੀਂ ਇਹਦੇ ਨਾਲ। ਔਰ ਕਹਿੰਦੇ ਨੇ ਤੁਹਾਡਾ ਡਿਸੀਜ਼ਨ ਮੇਕਿੰਗ ਪਾਵਰ ਜਿਹੜੀ ਹੈ ਉਹ ਬਹੁਤ ਸਟਰੋਂਗ ਹੋਣ ਲੱਗ ਜਾਂਦੀ ਹੈ। ਹਾਲੇ ਤਾਂ ਅਸੀਂ ਡਬਲ ਮਾਈਂਡਡ ਹੁੰਦੇ, ਆ ਕੀ ਆ, ਫਿਰ ਤੁਸੀਂ ਪਾਵਰ ਤੁਹਾਡੀ ਉਹ ਜਿਹੜੀ ਡਿਸੀਜ਼ਨ ਮੇਕਿੰਗ ਪਾਵਰ ਸਟਰੋਂਗ ਹੋ ਜਾਂਦੀ ਹੈ। ਤੁਹਾਨੂੰ ਕਲਿੱਕ ਕਰ ਜਾਂਦਾ ਵੀ ਆਹੀ ਠੀਕ ਆ ਜਾਂ ਆ ਗਲਤ ਆ। ਇੰਨਾ ਮਤਲਬ ਸ਼ੁਕਰਾਨੇ ਦੇ ਇੰਨੇ ਕੁ ਜ਼ਿਆਦਾ ਫਾਇਦੇ। ਟੋਟਲ ਇਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਸ਼ੁਕਰਾਨਾ ਆ, ਐਟੀਟਿਊਡ ਆਫ ਗ੍ਰੈਟੀਟਿਊਡ ਦਾ, ਜਿਹਦਾ ਜ਼ਿੰਦਗੀ ਦਾ ਇਦਾਂ ਦਾ ਨਜ਼ਰੀਆ ਆ, ਸ਼ੁਕਰਾਨਾ ਕੀ ਕਰ ਦਿੰਦਾ? ਤੁਹਾਨੂੰ ਤੰਦਰੁਸਤੀ ਦਿੰਦਾ ਆ, ਤੁਹਾਡੇ ਜੀਵਨ ਵਿੱਚ ਪੈਸਾ ਲੈ ਕੇ ਆਉਂਦਾ, ਮਤਲਬ ਹੈਲਥ, ਵੈਲਥ, ਹੈਪੀਨੈਸ, ਪੀਸ, ਪ੍ਰੋਸਪੈਰਿਟੀ,
ਲਵ, ਸਕਸੈਸ, ਬਲੈਸਿੰਗਸ ਲੈ ਕੇ ਆਉਂਦਾ। ਤੁਹਾਡੇ ਕਰੀਅਰ ਤੁਹਾਡਾ ਵਧੀਆ ਬਣਦਾ, ਤੁਹਾਡੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ, ਔਰ ਤੁਹਾਡੇ ਰਿਲੇਸ਼ਨਸ ਜਿਹੜੇ ਨੇ ਬੜੇ ਵਧੀਆ ਬਣ ਜਾਂਦੇ ਨੇ ਸ਼ੁਕਰਾਨੇ ਦੇ ਭਾਵ ਦੇ ਵਿੱਚ। ਕਿੰਨਾ ਕਮਾਲ ਦਾ ਇਹ ਸ਼ਬਦ ਆ ਸ਼ੁਕਰਾਨਾ। ਤਾਂ ਅਸੀਂ ਬਾਅਦ ਵਿੱਚ ਵਿਚਾਰਾਂ ਕਰਾਂਗੇ ਕਿ ਕਿਵੇਂ ਅਸੀਂ ਸ਼ੁਕਰਾਨੇ ਦੇ ਭਾਵ ਵਿੱਚ ਰਹੀਏ। ਜਿਹੜਾ ਬਰਕਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ 2019 ਦੇ ਵਿੱਚ ਸਾਨੂੰ ਕਰਨਾ ਸਿਖਾਇਆ। ਲੇਕਿਨ ਉਸ ਤੋਂ ਪਹਿਲਾਂ ਅਸੀਂ ਹੁਣ ਥੋੜ੍ਹਾ ਜਿਹਾ ਗੁਰਬਾਣੀ ਨੂੰ ਸਮਝੀਏ ਕਿ ਗੁਰੂ ਮਹਾਰਾਜ ਦੀ ਬਾਣੀ ਸਾਨੂੰ ਕਿੰਨਾ ਸ਼ੁਕਰਾਨਾ ਕਰਨਾ ਸਿਖਾਉਂਦੀ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਕਿਤਨਾ ਸ਼ੁਕਰਾਨਾ ਕਰਨਾ ਸਿਖਾਉਂਦੇ ਨੇ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਲ ਮੂਲ ਤੇ ਕਮਲ ਦਿਸਤਾਨੀ, ਜਿਨ ਤੋਂ ਸਾਜ ਸਵਾਰ ਸਗਾਰਿਆ, ਗਰਭ ਗਨ ਮੈਂ ਜਿਨੇ ਵਾਰਿਆ। ਸਾਰਾ ਦੱਸੀ ਜਾਂਦੇ ਨੇ ਮਹਾਰਾਜ ਜੀ ਦੇ ਵਿੱਚ, ਆ ਵੀ ਤੈਨੂੰ ਦਿੱਤਾ ਪਰਮਾਤਮਾ ਨੇ, ਆ ਵੀ ਦਿੱਤਾ ਹੈ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ, ਤਿਸ ਠਾकुर को रख मन माहे, ਜੇ ਪ੍ਰਸਾਦ ਸੁਗੰਧਨ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਸਾਰਾ ਇਹ ਆਪਣਾ ਜਿੰਨਾ ਮਰਜ਼ੀ ਅਸੀਂ ਬਾਣੀ ਦੇ ਵਿੱਚੋਂ ਅਸੀਂ ਪੜ੍ਹੀ ਜਾਈਏ ਸੰਗਤ, ਸੁਖਮਨੀ ਸਾਹਿਬ ਦੀ ਬਾਣੀ ਤਾਂ ਸਾਨੂੰ ਸ਼ੁਕਰਾਨੇ ਵਿੱਚ ਹੀ ਜੋੜੀ ਜਾਂਦੀ। ਪਰ ਅਸੀਂ ਕੀ ਕਰਦੇ ਹਾਂ, ਸ਼ੁਕਰਾਨਾ ਕਰਨ ਦੀ ਬਜਾਏ ਬਸ ਮੰਗਾਂ ਕਾਰਨ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦਾ। ਸ਼ੁਕਰਾਨਾ ਕਰਨਾ ਸ਼ੁਰੂ ਕਰੋ, ਆਹ ਚੀਜ਼ਾਂ ਬਰਕਤਾਂ ਤਾਂ ਆਪਣੇ ਆਪ ਹੀ ਆ ਜਾਣੀਆਂ ਨੇ, ਜਿੰਨਾ ਰਿਸਰਚਸ ਕਹਿ ਰਹੀਆਂ ਨੇ, ਜਿੰਨਾ ਮਹਾਂਪੁਰਖ ਸਾਨੂੰ ਸਮਝਾ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਾਂ ਸਾਨੂੰ ਜ਼ਿੰਦਗੀ ਦਾ ਹਰ ਪਹਿਲੂ ਦੇ ਉੱਤੇ ਦ੍ਰਿਸ਼ਟੀ ਪਵਾਉਂਦੇ ਨੇ। ਭਾਈ ਤੈਨੂੰ ਆ ਵੀ ਚੀਜ਼ ਪਰਮਾਤਮਾ ਨੇ ਦਿੱਤੀ, ਆ ਜਿਹੜਾ ਤੂੰ ਪਾਟ ਪਟੰਬਰ ਹਟਾਵੇ, ਕੱਪੜੇ ਪਹਿਨੇ, ਇਹ ਵੀ ਤੈਨੂੰ ਪਰਮਾਤਮਾ ਨੇ ਦਿੱਤੇ ਨੇ। ਤੂੰ ਸੌਂਦਾ ਆ, ਸੇਜਾ ਮਿਲੀ ਤੈਨੂੰ ਸੁੰਦਰ, ਤੈਨੂੰ ਘਰ ਮਿਲਿਆ, ਤੈਨੂੰ ਪਰਿਵਾਰ ਮਿਲਿਆ, ਤੈਨੂੰ ਨੱਕ ਕੰਨ ਅੱਖ ਦਿੱਤਾ, ਇਹ ਸਾਰਾ ਕੁਝ ਤੈਨੂੰ ਪਰਮਾਤਮਾ ਨੇ ਦਿੱਤਾ। ਤੂੰ ਉਹਦੇ ਸ਼ੁਕਰਾਨੇ 'ਚ ਰਹਿ। ਤੇਰਾ ਜੀ ਪਿੰਡ ਪ੍ਰਾਣ ਤੈਨੂੰ ਪਰਮਾਤਮਾ ਨੇ ਦਿੱਤਾ। ਮਤਲਬ ਦੁਨੀਆ ਦੀ ਕੋਈ ਐਸੋ ਜਿਹੀ ਵਸਤ ਹੈ ਹੀ ਨਹੀਂ ਜਿਸ ਤੇ ਮਹਾਰਾਜ ਨੇ ਸਾਡੀ ਨਾ ਦ੍ਰਿਸ਼ਟੀ ਪਾਈ ਹੋਏ, ਭਾਈ ਤੈਨੂੰ ਇਹ ਵੀ ਪਰਮਾਤਮਾ ਨੇ ਦਿੱਤਾ, ਇਹ ਵੀ ਦਿੱਤਾ, ਇਹ ਵੀ ਦਿੱਤਾ, ਤੂੰ ਸ਼ੁਕਰ ਕਰ, ਤੂੰ ਸ਼ੁਕਰ ਕਰ, ਤੂੰ ਸ਼ੁਕਰ ਕਰ। ਔਰ ਜਾਪ ਸਾਹਿਬ ਦੀ ਬਾਣੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਤਲਬ ਜਿਵੇਂ ਕਹ ਲਓ ਇਹ ਹੱਦ ਕਰ ਦਿੱਤੀ ਸ਼ੁਕਰਾਨੇ ਦੀ ਜਾਪ ਸਾਹਿਬ ਦੀ ਬਾਣੀ ਵਿੱਚ। ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੇ ਤੂੰ ਦੇਣ ਵਾਲਾ, ਤੂੰ ਕਰੀਮ ਹੈ, ਤੂੰ ਰਹੀਮ ਹੈ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਉਹਦਾ ਸ਼ੁਕਰ ਕਰ ਕਰਕੇ ਨਮਸਕਾਰਾਂ ਕਰਦੇ ਨੇ, ਸ਼ੁਕਰਾਨਾ ਕਰ ਕਰਕੇ। ਔਰ ਸਿੱਖ ਦਾ ਨਿਤਨੇਮ ਦੀ ਬਾਣੀ ਵਿੱਚ ਨਿੱਤ ਕਰਦੇ ਨੇ। ਉਦੋਂ ਭਾਵ ਰੱਖੋ ਵੀ ਆਹ ਪਰਮਾਤਮਾ ਦੇ ਗੁਣਾਂ ਦਾ ਸ਼ੁਕਰਾਨਾ, ਸ਼ੁਕਰ ਹੈ, ਨਾਲ ਨਮਸਕਾਰਾਂ, ਨਾਲ ਸ਼ੁਕਰਾਨਾ, ਨਾਲ ਨਮਸਕਾਰਾਂ, ਨਾਲ ਸ਼ੁਕਰਾਨਾ। ਕਿੰਨਾ ਮਤਲਬ ਇਹ ਕਮਾਲ ਆ। ਹੁਣ ਜਦੋਂ ਤੁਸੀਂ ਅੰਮ੍ਰਿਤ ਵੇਲੇ ਪੜ੍ਹੋਗੇ ਨਾ ਜਾਪ ਸਾਹਿਬ, ਤੇ ਇੰਜੋਏ ਕਰੋਗੇ ਨਾਲ ਨਾਲ, ਨਾਲ ਨਾਲ ਸ਼ੁਕਰਾਨਾ, ਨਾਲ ਨਾਲ ਨਮਸਕਾਰਾਂ, ਨਾਲ ਨਾਲ ਸ਼ੁਕਰਾਨਾ, ਨਾਲ ਨਾਲ ਨਮਸਕਾਰਾਂ। ਔਰ ਫਿਰ ਇੱਕ ਇੰਨਾ ਮਤਲਬ ਤੁਸੀਂ ਆਪਣੇ ਆਪ ਨੂੰ ਭਰਿਆ ਭਰਿਆ ਫੀਲ ਕਰੋਗੇ ਉਹਦੇ ਪ੍ਰੇਮ ਵਿੱਚ, ਉਹਦੇ ਸ਼ੁਕਰ ਵਿੱਚ, ਔਰ ਖੁਸ਼ ਹਰ ਤਰ੍ਹਾਂ ਫੀਲ ਕਰੋਗੇ। ਇਵੇਂ ਸੁਖਮਨੀ ਸਾਹਿਬ ਦੀ ਬਾਣੀ ਤੇ ਸ਼ੁਕਰਾਨਾ ਕਰਦਿਆਂ ਕਰਦਿਆਂ ਆਨੰਦ ਜਿਹੜਾ ਇੱਕ ਮਹਿਸੂਸ ਕਰ ਪਾਓਗੇ। ਤੋ ਗੁਰੂ ਮਹਾਰਾਜ ਜੀ ਤਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਸਿੱਖਾਂ ਦਾ ਸ਼ੁਕਰਾਨਾ ਕਰਦਿਆਂ ਨਹੀਂ ਸਾਹ ਲੈਂਦੇ। ਇਕੱਲਾ ਰੱਬ ਦਾ ਹੀ ਨਹੀਂ ਕਰਨਾ, ਜ਼ਿੰਦਗੀ ਵਿੱਚ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਸਭ ਦਾ ਸ਼ੁਕਰਾਨਾ। ਔਰ ਜਿਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਨੇ ਉਹਨਾਂ ਦਾ ਹੋਰ ਵੀ ਜ਼ਿਆਦਾ ਸ਼ੁਕਰਾਨਾ। ਕਹਿ ਰਹੇ ਛੁਪੇ ਰਾਜ ਨੇ, ਉਹ ਪਰਮਾਤਮਾ ਨੇ ਉਹਨਾਂ ਨੂੰ ਜ਼ਰੀਆ ਬਣਾਇਆ ਸੀ। ਸਾਡੇ ਕੁਛ ਕਰਮ ਕੱਟੇ ਉਹਨਾਂ ਦੇ ਥਰੂ, ਕੁਛ ਅਸੀਂ ਸ਼ਕਤੀਸ਼ਾਲੀ ਹੋਏ, ਕੁਛ ਅਸੀਂ ਲੈਸਨਸ ਲੈ ਜ਼ਿੰਦਗੀ ਤੋਂ। ਸੋ ਦੁੱਖਾਂ, ਜਿਨ੍ਹਾਂ ਨੇ ਦੁੱਖ ਦਿੱਤੇ ਉਹਨਾਂ ਦਾ ਵੀ ਸ਼ੁਕਰਾਨਾ। ਤੁਹਾਡੇ ਕਾਰਨ ਮੈਨੂੰ ਇਹ ਤੁਸੀਂ ਸਟਰੋਂਗ ਕਰ ਦਿੱਤਾ, ਮੈਨੂੰ ਸ਼ਕਤੀਸ਼ਾਲੀ ਬਣਾ ਦਿੱਤਾ, ਕਿਤੇ ਮੈਂ ਫਸੇ ਹੀ ਨਹੀਂ ਰਹਿ ਗਿਆ ਉਹਦੇ ਵਿੱਚ, ਉਹਨਾਂ ਦਾ ਵੀ ਸ਼ੁਕਰਾਨਾ। ਔਰ ਗੁਰੂ ਮਹਾਰਾਜ ਸਿੱਖਾਂ ਦਾ ਸੰਗਤ ਜੀ ਕਿੰਨਾ ਕਿੰਨਾ ਸ਼ੁਕਰਾਨਾ ਕਰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਵੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਸਿੱਖਾਂ ਨੂੰ ਸਿੱਖੀ ਦੇਣ ਵਾਲੇ ਸਤਿਗੁਰ ਜੀ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਧਨ ਦੇਣ ਵਾਲੇ ਸਤਿਗੁਰ ਜੀ, ਸਾਰੇ ਪਦਾਰਥਾਂ ਵਸਤਾਂ ਦੇਣ ਵਾਲੇ, ਅਸੀਸਾਂ ਸ਼ਕਤੀਆਂ ਦੇਣ ਵਾਲੇ ਸਤਿਗੁਰ ਜੀ। ਲੇਕਿਨ ਆਪਣੇ ਆਪ ਨੂੰ ਕਹਿ ਰਹੇ ਨੇ ਗੁਰੂ ਕਹਿ ਰਿਹਾ ਸਿੱਖਾਂ ਨੂੰ। ਇਹ ਦੇਖੋ ਕਿੰਨਾ ਅੰਦਰ ਸ਼ੁਕਰਾਨਾ ਭਾਵ ਆ। ਇਹ ਇੱਕ ਐਪਰੀਸ਼ੀਏਟ ਕਰਨਾ ਆਪਣੇ ਸਿੱਖਾਂ ਨੂੰ ਵੀ ਤੁਹਾਡੀ ਕਿਰਪਾ ਨਾਲ ਅਸੀਂ ਸਜੇ ਆ, ਨਹੀਂ ਤਾਂ ਮੇਰੇ ਵਰਗੇ ਤਾਂ ਕਰੋੜਾਂ ਹੀ ਗਰੀਬ ਪਏ ਸੀਗੇ। ਇਹ ਸਾਨੂੰ ਇਹ ਤੇ ਪੂਰਾ ਆਪ ਜੀ ਪੜ੍ਹਿਓ, ਤੁਸੀਂ ਇੰਜੋਏ ਕਰੋਗੇ ਕਿ ਮਹਾਰਾਜ ਜੀ ਕਿਵੇਂ ਸਿੱਖਾਂ ਨੂੰ ਵਡਿਆਈਆਂ ਦਿੰਦੇ ਨੇ। ਪਰ ਇੱਥੋਂ ਅਸੀਂ ਆਪਣਾ ਹੁਣ ਜ਼ਿੰਦਗੀ ਦਾ ਪਹਿਲੂ ਲਈਏ, ਅਸੀਂ ਵੀ ਸ਼ੁਕਰਾਨਾ ਕਰਨਾ ਆਪਣੇ ਪਰਿਵਾਰ ਦੇ ਮੈਂਬਰਾਂ ਦਾ, ਜਾਂ ਇੰਡੀਆ ਵਿੱਚੋਂ ਜਿਹੜੇ ਜਿਨ੍ਹਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਆਉਂਦੇ ਨੇ,
ਉਹਨਾਂ ਦਾ ਸ਼ੁਕਰਾਨਾ, ਵਰਕਪਲੇਸ ਤੇ ਇੱਕ ਦੂਸਰੇ ਦਾ ਸ਼ੁਕਰਾਨਾ ਕਿੰਨਾ ਹੈ। ਕਿਸੇ ਨੂੰ ਦੇਖ ਲੈਂਦੇ, ਕਿਸੇ ਨੂੰ ਇਹ ਸਾਰਾ ਕੁਛ, ਇਹ ਹਰ ਚੀਜ਼ ਦਾ, ਹਰ ਪਹਿਲੂ ਦਾ ਸ਼ੁਕਰਾਨਾ, ਸਾਰੀ ਪ੍ਰਕਿਰਤੀ ਦਾ ਸ਼ੁਕਰਾਨਾ। ਤੋ ਅਸੀਂ ਬਹੁਤੀ ਵਾਰ ਕੀ ਹੁੰਦਾ ਕਿ ਅਸੀਂ ਜਿਹੜੇ ਅਗਲੇ ਦੀਆਂ ਕਮੀਆਂ ਉੱਤੇ ਅਸੀਂ ਫੋਕਸ ਕਰਦੇ ਰਹਿ ਜਾਂਦੇ ਹਾਂ, ਉਹਦੇ ਗੁਣਾਂ ਨੂੰ ਨਹੀਂ ਦੇਖ ਪਾਉਂਦੇ। ਕੋਈ ਗੱਲ ਨਹੀਂ, ਅੱਜ ਤੋਂ ਗੁਣਾਂ ਨੂੰ ਦੇਖਾਂਗੇ ਤਾਂ ਕਿ ਸ਼ੁਕਰਾਨੇ ਦੇ ਭਾਵ ਵਿੱਚ ਰਹੀਏ। ਠੀਕ ਹੈ ਨਾ। ਸੋ ਜਦੋਂ ਅਸੀਂ ਕਿਸ ਦਾ ਸ਼ੁਕਰਾਨਾ ਕਰਾਂਗੇ, ਉਹਦੇ ਵਿੱਚ ਹੋਰ ਗੁਣ ਵਧਣ ਲੱਗ ਜਾਂਦੇ ਨੇ, ਆਪਣੇ ਵਿੱਚ ਵੀ ਵਧੀ ਜਾਂਦੇ ਨੇ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਕਿਰਤ ਘਣ ਆ ਨਾ, ਉਹ ਮਤਲਬ ਜਿਹੜਾ ਸ਼ੁਕਰਾਨਾ ਹੀ ਨਹੀਂ ਕਰਦਾ, ਉਹ ਤਾਂ ਇਸ ਧਰਤੀ ਦੇ ਉੱਤੇ ਬੋਝ ਆ। ਸੋ ਜਿਹੜਾ ਸ਼ੁਕਰਾਨਾ ਕਰਦਾ ਆ, ਇੱਕ ਤਾਂ ਉਹ ਰੱਬ ਦੇ ਨਾਲ ਜੁੜਿਆ ਆ, ਅਸੀਂ ਹੁਣ ਸਾਰੇ ਨੇ ਸਮਝ ਲਿਆ, ਰੱਬ ਦੇ ਨੇੜੇ ਵੀ ਉਹੀ ਹੈ। ਸੋ ਇਹ ਬੜੀ ਵੱਡੀ ਇੱਕ ਮੈਡੀਟੇਸ਼ਨ ਆ, ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਸਾਡੇ ਕੋਲ ਸ਼ੁਕਰਾਨੇ ਨੇ ਸੰਗਤ ਜੀ, ਕਿੰਨੇ ਸ਼ੁਕਰਾਨੇ ਨੇ। ਤੇ ਸ਼ੁਕਰਾਨੇ ਤੋਂ ਇੱਕ ਨਿੱਕੀ ਜਿਹੀ ਮੈਨੂੰ ਕਥਾ ਯਾਦ ਆ ਗਈ, ਆਪ ਜੀ ਦੇ ਨਾਲ ਸ਼ੇਅਰ ਕਰਾਂ। ਉਹ ਸਾਡੇ ਲਈ ਬੜੀ ਕੰਮ ਦੀ ਚੀਜ਼ ਆ, ਕਿਉਂਕਿ ਅਸੀਂ ਵੀ ਕਈ ਵਾਰ ਇਵੇਂ ਹੀ ਕਰ ਜਾਂਦੇ ਹਾਂ। ਸੋ ਇਹ ਹੈ ਵੀ ਅਮਰੀਕਾ ਦੀ ਗੱਲ ਆ। ਇਹ ਬੜੀ ਸਟੋਰੀ ਮਸ਼ਹੂਰ ਹੋਈ ਸੀ, ਜਿਵੇਂ ਕਿਸੇ ਦੀ ਕੋਈ ਗੱਲ ਮਸ਼ਹੂਰ ਹੋ ਜਾਂਦੀ ਹੈ, ਲੈਟਰ ਫਰੋਮ ਗੋਡ। ਇਹ ਵਾਲੀ ਸਟੋਰੀ ਬਹੁਤ ਮਸ਼ਹੂਰ ਹੋਈ ਸੀ ਸੰਗਤ ਜੀ, ਅੱਜ ਤੱਕ ਚੱਲਦੀ ਹੈ। ਤੋ ਕੀ ਸੀ, ਇੱਕ ਵਿਅਕਤੀ ਬਹੁਤ ਗਰੀਬ ਸੀ, ਤਾਂ ਕ੍ਰਿਸਮਸ ਦੇ ਦਿਨ ਆ ਰਹੇ ਸੀ। ਉਹ ਬਹੁਤ ਗਰੀਬ ਸੀ ਤੇ ਉਹਦਾ ਵੀ ਦਿਲ ਕਰਦਾ ਸੀ ਵੀ ਮੈਂ ਵੀ ਸੈਲੀਬ੍ਰੇਟ ਕਰਾਂ ਕ੍ਰਿਸਮਸ। ਤੇ ਜਿਵੇਂ ਆਪਣਾ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਆ ਜਾਵੇ, ਸਾਡੇ ਆ ਜਾਣ ਇਤਿਹਾਸਕ ਦਿਹਾੜੇ, ਤੇ ਅਸੀਂ ਵੱਡੇ ਲੈਵਲ ਤੇ ਉਹਨਾਂ ਨੂੰ ਕਰੀਦਾ, ਮਨਾਈਦਾ। ਤੇ ਇਹਨਾਂ ਦਾ ਤਾਂ ਕ੍ਰਿਸਮਸ ਹੀ ਸਭ ਤੋਂ ਵੱਡਾ ਤਿਉਹਾਰ ਆ, ਸਭ ਕੁਝ ਉਹੀ ਹੈ। ਤਾਂ ਉਹ ਬੜਾ ਚਾਹੁੰਦਾ ਸੀ ਵੀ ਮੈਂ ਵੀ ਇੰਜੋਏ ਕਰਾਂ, ਕੁਛ ਆਪਣੇ ਘਰ 'ਚ ਚੀਜ਼ਾਂ ਲੈ ਆਵਾਂ, ਕੁਛ ਵੀ ਜੋ ਵੀ ਹੈ। ਪਰ ਉਹ ਗਰੀਬ ਸੀ, ਤੇ ਰੋਜ਼ ਰੱਬ ਨੂੰ ਪ੍ਰੇਅਰ ਕਰਦਾ ਵੀ ਪਰ ਉਹਨੂੰ ਲੱਗਦਾ ਹੁਣ ਮੇਰੀ ਸੁਣੀ ਨਹੀਂ ਜਾ ਰਹੀ, ਕ੍ਰਿਸਮਸ ਤਾਂ ਨੇੜੇ ਆ ਗਈ, ਤਾਂ ਮੇਰੇ ਕੋਲ ਤਾਂ ਪੈਸਿਆਂ ਦਾ ਪ੍ਰਬੰਧ ਹੀ ਨਹੀਂ ਹੋਇਆ। ਫਿਰ ਇੱਕ ਦਿਨ ਉਹ ਕੀ ਕਰਦਾ ਆ, ਉਹ ਇੱਕ ਲੈਟਰ ਲਿਖਦਾ, ਲੈਟਰ ਫॉर ਗੋਡ, ਮਤਲਬ ਰੱਬ ਲਈ ਚਿੱਠੀ ਲਿਖਦਾ ਆ। ਉਹਦੇ ਵਿੱਚ ਉਹ ਲਿਖ ਕੇ ਕਹਿੰਦਾ ਵੀ ਰੱਬਾ ਐਟਲੀਸਟ ਗਿਵ ਮੀ ਸਮ ਮਨੀ, ਐਟਲੀਸਟ $50, ਵੀ ਰੱਬਾ ਤੂੰ ਮੈਨੂੰ $50 ਦੇ ਦੇ, ਘੱਟ ਤੋਂ ਘੱਟ $50 ਦੇ ਦੇ। ਇਹ ਚਿੱਠੀ ਲਿਖ ਕੇ ਉਹ ਪਾ ਦਿੰਦਾ, ਲੈਟਰ ਪਾ ਦਿੰਦਾ। ਹੁਣ ਜਿਹੜਾ ਪੋਸਟਮੈਨ ਆ, ਉਹਨੇ ਡਿਲੀਵਰ ਕਰਨੀ ਆ, ਤੇ ਹੁਣ ਗੋਡ ਦੇ ਲਈ ਜਿਹੜੀ ਲੈਟਰ ਆ, ਕਿਹਨੂੰ ਡਿਲੀਵਰ ਕਰੇ। ਸੋ ਉਹ ਫਿਰ ਖੋਲ ਲੈਂਦਾ, ਉਹ ਕਹਿੰਦਾ ਵੀ ਰੱਬ ਲਈ ਆ ਚਿੱਠੀ ਆ, ਮੈਂ ਖੋਲਦਾ ਆ। ਜਦੋਂ ਖੋਲਦਾ ਆ ਤਾਂ ਉਹਦੇ ਵਿੱਚ ਉਹਦੀ ਪ੍ਰੇਅਰ ਸੁਣਦਾ ਆ ਵੀ ਰੱਬ ਨੂੰ ਇਹਨੇ ਲਿਖੀ ਆ। ਪੋਸਟਮੈਨ ਜਾ ਕੇ ਸਾਰੇ ਸਟਾਫ ਨੂੰ ਦਿਖਾਉਂਦਾ ਆ ਵੀ ਆ ਦੇਖੋ ਰੱਬ ਲਈ ਚਿੱਠੀ ਹੈ, ਕਿਉਂਕਿ ਮੈਂ ਤਾਂ ਕਿਤੇ ਡਿਲੀਵਰ ਨਹੀਂ ਸੀ ਕਰ ਸਕਦਾ, ਕਿਸ ਦਾ ਐਡਰੈਸ ਨਹੀਂ ਸੀ। ਸੋ ਮੈਂ ਖੋਲ ਕੇ ਪੜ੍ਹੀ ਆ, ਇਹ ਬੜਾ ਨੀਡੀ ਪਰਸਨ ਆ, ਇਹਨੂੰ $50 ਦੀ ਇਹਨੇ ਡਿਮਾਂਡ ਕੀਤੀ ਰੱਬ ਅੱਗੇ। ਅਸੀਂ ਸਾਰੇ ਮਿਲ ਕੇ ਕੁਛ ਨਾ ਕੁਛ ਸਹਿਯੋਗ ਪਾ ਕੇ ਉਹਨੂੰ ਦੇ ਦਿੰਦੇ ਆ ਰੱਬ ਵੱਲੋਂ। ਤੁਸੀਂ ਦੇਖੋ ਉਹਨਾਂ ਦੇ ਅੰਦਰ ਕਿੰਨਾ ਅੱਛਾ ਭਾਵ ਆਇਆ, ਹਨਾ, ਵੀ ਉਹ ਵੀ ਕ੍ਰਿਸਮਸ ਇੰਜੋਏ ਕਰੇ। ਤਾਂ ਸਾਰਿਆਂ ਨੇ ਕੁਛ ਡਾਲਰ ਪਾਏ, ਆਪਣੀ ਕੰਟਰੀਬਿਊਸ਼ਨ ਪਾਈ, $45 ਹੋਏ, $45। ਸੋ ਉਹਨੂੰ ਸੈਂਡ ਕਰ ਦਿੱਤੇ ਗਏ, ਲਿਖ ਦਿੱਤਾ ਗਿਆ ਵੀ ਰੱਬ ਵੱਲੋਂ ਤੈਨੂੰ ਆਏ ਆ। ਸੋ ਉਹ ਬੜਾ ਖੁਸ਼ ਆ ਵੀ ਰੱਬ ਦੀ ਲਾ, ਬਈ ਰੱਬ ਦੇ ਮੈਨੂੰ ਪੈਸੇ ਆ ਗਏ, ਬੜਾ ਹੀ ਖੁਸ਼ ਆ। ਤੇ ਹੁਣ ਖੋਲਦਾ ਆ, ਤੇ ਖੋਲ ਕੇ ਉਹ ਜਿਹੜਾ ਲਿਫਾਫਾ ਆ, ਉਹਦੇ ਵਿੱਚੋਂ ਪੈਸੇ ਗਿਣਨ ਲੱਗਦਾ, ਮੈਨੂੰ ਰੱਬ ਨੇ ਭੇਜੇ। ਕਿਉਂਕਿ ਕਿਸੇ ਨੇ $2 ਪਾਏ, ਕਿਸੇ ਨੇ 5 ਪਾਏ, ਕਿਉਂਕਿ ਉਦੋਂ ਬੜੀ ਵੈਲਿਊ ਸੀ ਇੱਕ ਡਾਲਰ ਦੀ ਵੀ। ਤਾਂ ਸਾਰਿਆਂ ਨੇ ਆਪਣੇ ਵੱਲੋਂ ਬਹੁਤ ਅੱਛਾ ਕੀਤਾ ਸੀ। ਉਹ ਜਦੋਂ ਉਹਨੇ ਕਾਊਂਟ ਕੀਤੇ, $45 ਨਿਕਲੇ। ਉਹ ਕਹਿੰਦਾ ਰੱਬ ਤੇ ਨੇ ਤਾਂ ਮੈਨੂੰ 50 ਪਾਏ ਹੋਣੇ ਆ, ਇਹ ਜਿਹੜੇ ਹੈ ਨਾ ਪੋਸਟਮੈਨ ਜਾਂ ਜਿਹੜੇ ਉਹ ਉੱਥੇ ਜਿਹੜੇ ਕੰਮ ਕਰਦੇ ਨੇ, ਪੱਕੀ ਗੱਲ ਆ ਉਹਨਾਂ ਨੇ ਮੇਰੇ $5 ਕੱਢ ਲਏ ਹਨ। ਸੋ ਕੀ ਦੇਖਿਆ ਜ਼ਿੰਦਗੀ ਦੇ ਵਿੱਚ? ਨੈਗੇਟਿਵਿਟੀ, ਕੰਪਲੇਂਟਸ, ਸ਼ਿਕਾਇਤਾਂ। $45 ਆ ਗਏ, ਇਹ ਨਹੀਂ ਸ਼ੁਕਰ ਕੀਤਾ। ਇਹ ਸਾਡਾ ਹਾਲ ਆ ਜ਼ਿੰਦਗੀ ਵਿੱਚ, ਜਿਹੜਾ ਮਹਾਰਾਜ ਜੀ ਕਹਿੰਦੇ ਨੇ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਵੀ ਨਾ ਦੇ 10 ਵੀ ਲੈ ਤਾਂ ਮੁੜਾ ਕੋ ਕਹਾ ਕਰੇ, ਜਿਸ ਠਾਕੁਰ ਸੋ ਨਹੀਂ ਚਾਰਾ ਤਾ ਕੋ ਕੀਜੇ ਸਭ ਨਮਸਕਾਰਾ। ਸੋ ਤੈਨੂੰ $45 ਵੀ ਨਾ ਦਿੰਦਾ ਰੱਬ, ਚਾਹੇ ਰੱਬ ਹੀ ਵਸਿਆ ਉਹਨਾਂ ਦੇ ਮਨ ਵਿੱਚ, ਰੱਬ ਦੇ ਥਰੂ ਹੀ ਆਏ ਹੈ ਨਾ। ਸੋ ਦੇਖੋ ਉਹਨਾਂ ਨੇ ਕਿੰਨਾ ਨੇਕ ਕੰਮ ਕੀਤਾ, ਲੇਕਿਨ ਇਹ ਸ਼ੁਕਰੀਆ ਅਦਾ ਕਰਨ ਦੀ ਬਜਾਏ ਸ਼ਿਕਾਇਤਾਂ 'ਚ ਰਹਿ ਗਿਆ। ਸਾਡਾ ਵੀ ਇਹੀ ਹਾਲ ਹੈ ਸੰਗਤ ਜੀ, ਸ਼ੁਕਰਾਨਾ ਨਹੀਂ ਅਦਾ ਕਰਦੇ, ਸ਼ਿਕਾਇਤਾਂ ਹੀ ਕਰਦੇ ਰਹਿ ਜਾਂਦੇ ਆ। ਇੱਕ ਮਹਾਂਪੁਰਖਾਂ ਦੀ ਵੀ ਸੁਣ ਲਈਏ ਬਚਨ, ਸ਼ੇਖ ਸਾਈਦੀ ਜੀ, ਇਹਨਾਂ ਨੇ ਆਪਣੇ ਸਾਧਨਾ ਕਾਲ ਦਾ ਜੀਵਨ ਲਿਖਿਆ।
ਜਦੋਂ ਹਾਲੇ ਪਰਮਾਤਮਾ ਨਾਲ ਭੇਦ ਨਹੀਂ ਸਨ ਹੋਏ, ਪਰ ਸਾਧਨਾ ਕਰ ਰਹੇ ਸਨ, ਸਾਧ ਰਹੇ ਸਨ, ਆਪਣੇ ਆਪ ਨੂੰ ਸ਼ੁੱਧ ਕਰ ਰਹੇ ਸਨ, ਪਿਓਰ ਕਰ ਰਹੇ ਸਨ। ਉਹ ਕਹਿੰਦੇ ਕਿ ਸਿਖਰ ਦੁਪਹਿਰਾ, ਕਹਿਰ ਦੀ ਗਰਮੀ ਔਰ ਰੇਤਲਾ ਇਲਾਕਾ, ਔਰ ਮੈਂ ਸਿਖਰ ਦੁਪਹਿਰੇ ਦੀ ਨਮਾਜ਼ ਅਦਾ ਕਰਨ ਜਾ ਰਿਹਾ ਮਸਜਿਦ ਦੇ ਵਿੱਚ। ਨਿੰਮੀ ਸੀਗੇ ਪੂਰੇ, ਤੇ ਆਪਣੀਆਂ ਪੰਜੋ ਨਮਾਜ਼ਾਂ ਜਿਹੜੀਆਂ ਅਦਾ ਕਰਦੇ ਸਨ, ਉਹ ਵੀ ਜਾ ਕੇ ਮਸਜਿਦ ਦੇ ਵਿੱਚ। ਤਾਂ ਕਹਿੰਦੇ ਮੇਰੀ ਜਿਹੜੀ ਹਾਲਤ ਆ ਖਸਤਾ ਆ, ਜੁੱਤੀ ਵੀ ਜਿਹੜੀ ਮੇਰੇ ਪੈਰ ਦੇ ਵਿੱਚ ਨਾ ਟੁੱਟੀ ਹੋਈ ਹੈ। ਤਾਂ ਜਦੋਂ ਸਿਖਰ ਦੁਪਹਿਰਾ ਰੇਤ ਦੇ ਵਿੱਚ ਤੁਰੇ ਜਾ ਰਹੇ ਨੇ ਤਾਂ ਪੈਰ ਜਲ ਰਹੇ ਨੇ, ਉੱਪਰੋਂ ਵੀ ਕਹਿਰ ਦੀ ਗਰਮੀ ਪੈ ਰਹੀ ਹੈ। ਕਹਿੰਦੇ ਮੈਂ ਰੱਬ ਨੂੰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ, ਮੇ ਰੱਬਾ ਦੇਖ, ਮੈਂ ਤੇਰਾ ਕਿੱਡਾ ਵੱਡਾ ਭਗਤ, ਤੇਰਾ ਮੈਂ ਕਿੱਡਾ ਵੱਡਾ ਭਗਤ ਆ। 5 ਨਮਾਜ਼ਾਂ ਕਦੀ ਇੱਧਰ ਉੱਧਰ ਨਹੀਂ ਹੋਣ ਦਿੱਤੀਆਂ, ਔਰ ਵਿੱਚ ਮਸਜਿਦ ਆ ਕੇ ਮੈਂ ਅਦਾ ਕਰਦਾ। ਮੈਂ ਤੇਰਾ ਐਡਾ ਵੱਡਾ ਭਗਤ, ਤੇਰੇ ਕੋਲ ਇੰਨਾ ਕੰਮ ਵੀ ਨਹੀਂ ਹੁੰਦਾ, ਤੂੰ ਮੈਨੂੰ ਚੱਜ ਦੀ ਜੁੱਤੀ ਲੈ ਦੇਵੇਂ। ਸ਼ਿਕਾਇਤਾਂ ਕਰਦੇ ਜਾ ਰਹੇ ਨੇ। ਕਹਿੰਦੇ ਮੈਂ ਸ਼ਿਕਾਇਤਾਂ ਕਰਦਾ, ਜਿਹੜਾ ਬੰਦਾ ਸ਼ਿਕਾਇਤ ਕਰਦਾ ਨੈਚੁਰਲੀ ਅੰਦਰੋਂ ਦੁਖੀ ਹੁੰਦਾ, ਸ਼ਾਂਤ ਹੁੰਦਾ। ਕਹਿੰਦੇ ਇਸ ਰੂਪ ਵਿੱਚ ਮੈਂ ਮਸਜਿਦ ਵਿੱਚ ਪਹੁੰਚਿਆ। ਜਦੋਂ ਮੈਂ ਪਹੁੰਚਿਆ, ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਤਾਂ ਉੱਥੇ ਮੇਰੇ ਤੋਂ ਪਹਿਲਾਂ ਵੀ ਕੋਈ ਪਹੁੰਚਿਆ ਸੀ, ਉਹ ਵੀ ਖੁਦਾ ਨੂੰ ਆਪਣੀ ਪ੍ਰੇਅਰ ਕਰ ਰਿਹਾ ਸੀ। ਉਹਦੀ ਪ੍ਰੇਅਰ, ਉਹਦੀ ਅਰਦਾਸ ਕਹਿੰਦੇ ਮੈਂ ਸੁਣੀ, ਮੈਂ ਹਿੱਲ ਗਿਆ ਅੰਦਰੋਂ। ਉਹ ਕੀ ਅਰਦਾਸ ਕਰ ਰਿਹਾ ਸੀ? ਉਹਦੀਆਂ 2 ਲੱਤਾਂ ਕੱਟੀਆਂ ਹੋਈਆਂ ਸਨ। ਉਹ ਅਰਦਾਸ ਕਰ ਰਿਹਾ ਸੀ, ਯਾ ਖੁਦਾ ਤੇਰਾ ਸ਼ੁਕਰੀਆ, ਤੇਰੀ ਕਿੱਡੀ ਵੱਡੀ ਰਹਿਮੋ ਕਰਮ ਹੈ, ਤੂੰ ਮੈਨੂੰ ਆਪਣੇ ਦੁਆਰੇ ਲਿਆ ਕੇ ਆਪਣੇ ਚਰਨਾਂ ਵਿੱਚ ਬਿਠਾਇਆ ਹੋਇਆ ਹੈ। ਮੈਂ ਨਮਾਜ਼ ਅਦਾ ਕਰ ਰਿਹਾ, ਸ਼ੁਕਰ ਕਿ ਤੇਰਾ ਕਿੰਨਾ ਸ਼ੁਕਰੀਆ। ਉਹ ਇਹ ਨਹੀਂ ਸ਼ਿਕਾਇਤ ਨਹੀਂ ਕਰ ਰਿਹਾ ਮੇਰੀਆਂ ਤੂੰ 2 ਲੱਤਾਂ ਨਹੀਂ ਦਿੱਤੀਆਂ। ਸ਼ੇਖ ਸਾਇਦੀ ਜੀ ਕਹਿੰਦੇ ਮੈਂ ਕੰਬ ਗਿਆ, ਮੈਂ ਹਿੱਲ ਗਿਆ। ਕਹਿੰਦੇ ਮੈਂ ਆਪਣੇ ਆਪ ਨੂੰ ਲੱਖ ਲਾਹਣਤਾਂ ਪਾਈਆਂ, ਓਏ ਤੂੰ ਆਪਣੇ ਆਪ ਨੂੰ ਭਗਤ ਸਦਾਉਣਾ, ਤੂੰ ਤਾਂ ਭਗਤੀ ਦੇ ਨੇੜੇ ਵੀ ਨਹੀਂ। ਸੱਚਾ ਭਗਤ ਪਰਮਾਤਮਾ ਦਾ ਇਹ ਹੈ ਜਿਹਦੀਆਂ 2 ਲੱਤਾਂ ਕੱਟੀਆਂ ਹੋਈਆਂ। ਪਤਾ ਨਹੀਂ ਉਹ ਰੇਤਾਂ ਵਿੱਚ ਕਿਵੇਂ ਰਿੰਗ ਰਿੰਗ ਕੇ ਇੱਥੇ ਪਹੁੰਚਿਆ ਹੋਏਗਾ, ਇੰਨੀ ਤਪਸ਼ ਦੇ ਵਿੱਚ, ਔਰ ਇੰਨੇ ਸ਼ੁਕਰ ਵਿੱਚ ਹੈ। ਇਹ ਰੱਜਿਆ ਹੋਇਆ, ਇਹ ਮਾਲਾਮਾਲ, ਇਹ ਭਰਿਆ ਹੋਇਆ, ਇਹ ਸੰਤੋਖੀ, ਇਹ ਤ੍ਰਿਪਤ। ਸਹੀ ਮੈਨੇ ਵਿੱਚ ਸੱਚਾ ਭਗਤ ਇਹ ਹੈ ਜਿਹੜਾ ਜੋ ਦਿੱਤਾ ਉਹਨੂੰ ਦੇਖ ਰਿਹਾ, ਜੋ ਨਹੀਂ ਹੈ ਉਸ ਦਾ ਗਿਲਾ ਨਹੀਂ ਕਰ ਰਿਹਾ, ਉਹਦਾ ਸ਼ੁਕਰਾਨਾ ਨਹੀਂ ਕਰ ਰਿਹਾ। ਸੰਗਤ ਜੀ, ਅਸੀਂ ਵੀ ਅੱਜ ਤੋਂ ਸ਼ੁਕਰਾਨੇ ਹੀ ਕਰਨੇ ਨੇ। ਜੋ ਸਾਨੂੰ ਜ਼ਿੰਦਗੀ ਵਿੱਚ ਦਿੱਤਾ ਹੈ ਪਰਮਾਤਮਾ ਨੇ, ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ। ਉਧਰ ਨਾ ਦੇਖੀਏ ਜੋ ਸਾਡੇ ਪਾਸ ਨਹੀਂ, ਹਾਂ ਉਧਰ ਦੇਖੀਏ ਜੋ ਸਾਡੇ ਪਾਸ ਹੈ। ਕਿਤਨੇ ਨੇ ਇਸ ਸੰਸਾਰ ਵਿੱਚ ਜਿਨ੍ਹਾਂ ਪਾਸ ਇਹ ਵੀ ਨਹੀਂ। ਫਿਰ ਦੇਖੋ ਕਿੰਨੇ ਸ਼ੁਕਰਾਨੇ ਦੇ ਭਾਵ ਵਿੱਚ ਆਵਾਂਗੇ, ਫਿਰ ਆਪਣੇ ਆਪ ਨੂੰ ਭਰੇ ਭਰੇ ਮਹਿਸੂਸ ਕਰਾਂਗੇ। ਤਾਂ ਹੁਣ ਜਿਹੜੀ ਬਰਕਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ 2019 ਦੇ ਵਿੱਚ ਇਹਨਾਂ ਨੇ ਸਟੈਪਸ ਦੱਸੇ ਨੇ ਵੀ ਕੀ ਸਟੈਪਸ ਅਸੀਂ ਲਈਏ ਪ੍ਰੈਕਟੀਕਲ। ਇਹ ਹੋਮਵਰਕ ਹੈ ਇੱਕ, ਕਿ ਸਾਡਾ ਜੀਵਨ ਸ਼ੁਕਰਾਨੇ ਦੇ ਭਾਵ ਵਿੱਚ ਹੀ ਆ ਜਾਵੇ ਔਰ ਸਾਰੀਆਂ ਬਰਕਤਾਂ ਜਿਹੜੀਆਂ ਅਸੀਂ ਮਹਿਸੂਸ ਕਰ ਪਾਈਏ। ਉਹ ਕਹਿੰਦੇ ਨੇ ਕਿ ਹਫ਼ਤੇ ਵਿੱਚ 5 ਪੁਆਇੰਟਸ ਦੇ ਉੱਤੇ ਜਿਨ੍ਹਾਂ ਵਾਸਤੇ ਤੁਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹੋ, ਇਹ ਨੋਟਬੁੱਕ ਤੇ ਲਿਖੋ। ਉਦਾਂ ਤਾਂ ਦਿਨ ਰਾਤ ਸ਼ੁਕਰਾਨੇ ਕਰੋ, ਪਰ 5 ਜਿਹੜੇ ਸ਼ੁਕਰਾਨੇ ਨੇ ਉਹ ਤੁਸੀਂ ਲਿਖਣੇ ਸ਼ੁਰੂ ਕਰ ਦਿਓ, ਔਰ ਨੈਕਸਟ ਡੇ ਨਵੇਂ ਸ਼ੁਕਰਾਨੇ ਲਿਖਣੇ ਨੇ, ਉਹੀ ਰਿਪੀਟ ਨਹੀਂ ਕਰੀ ਜਾਣੇ। ਅਗਲੇ ਦਿਨ ਨਵੇਂ ਸ਼ੁਕਰਾਨੇ ਲਿਖਣੇ ਨੇ, ਔਰ ਕਿੰਨੀ ਬਰੀਕੀ ਦੇ ਨਾਲ ਲਿਖਣੇ ਨੇ। ਇੱਕ ਅਸੀਂ ਕਹਿੰਦੇ ਆ ਵੀ ਜਿਹੜੀ ਹੈ ਫੂਡ, ਖਾਣਾ ਬੜਾ ਸਵਾਦ ਸੀ, ਬਹੁਤ ਸਵਾਦ ਖਾਣਾ। ਉਹ ਕਹਿੰਦੇ ਉਹਦੀ ਬਰੀਕੀ ਵਿੱਚ ਜਾਓ, ਇਹਦੇ ਵਿੱਚ ਤੁਹਾਨੂੰ ਦਾਲ ਸਵਾਦ ਲੱਗੀ, ਸੈਲਡ ਸਵਾਦ ਲੱਗਾ, ਪ੍ਰਸ਼ਾਦਾ ਸਵਾਦ ਲੱਗਾ, ਬਕਾਇਦਾ ਉੱਥੇ ਤੱਕ, ਮਤਲਬ ਇੱਕ ਇੱਕ ਚੀਜ਼ ਲੱਗੀ ਤਾਂ ਇੱਕ ਇੱਕ ਤੱਕ, ਇਵੇਂ, ਤਾਂ ਕਿ ਤੁਸੀਂ ਗਹਿਰਾਈਆਂ ਦੇ ਨਾਲ ਸ਼ੁਕਰਾਨੇ ਦੇਖਣੇ ਸ਼ੁਰੂ ਕਰ ਦਿਓ। ਕੁਰਸੀ ਤੇ ਬੈਠੇ ਹੋ, ਸ਼ੁਕਰ ਹੈ ਬੈਠਣ ਨੂੰ ਕੋਈ ਚੀਜ਼ ਮਿਲੀ ਹੋਈ ਹੈ। ਪਲੇਟ 'ਚ ਖਾਣਾ ਖਾ ਰਹੇ ਹੋ, ਸ਼ੁਕਰ ਹੈ ਪਲੇਟ ਮਿਲੀ ਹੋਈ। ਚਮਚੇ ਨਾਲ ਪਾ ਰਹੇ ਹੋ, ਸ਼ੁਕਰ ਹੈ ਟੇਸਟ ਲੈ ਰਹੇ ਹੋ, ਸ਼ੁਕਰ ਹੈ। ਮਤਲਬ ਜੋ ਵੀ ਤੁਸੀਂ ਵੱਧ ਤੋਂ ਵੱਧ ਸ਼ੁਕਰਾਨੇ, ਔਰ ਰੋਜ਼ 5 ਲਿਖੋ। ਹਫ਼ਤੇ ਵਿੱਚ 3 ਦਿਨ 5 ਪੁਆਇੰਟਸ ਲਿਖੋ, ਬਾਕੀ ਤਾਂ ਦਿਨ ਰਾਤ ਕਰੀ ਜਾਓ ਸ਼ੁਕਰਾਨੇ। ਔਰ ਉਹ ਕਹਿੰਦੇ ਨੇ ਥੋੜਾ ਟਾਈਮ ਦੀ ਪ੍ਰੈਕਟਿਸ ਤੋਂ ਬਾਅਦ ਹੀ ਤੁਸੀਂ ਸ਼ੁਕਰਾਨੇ ਦੇ ਮੋਡ ਵਿੱਚ ਹੀ ਆ ਜਾਂਦੇ ਹੋ, ਜਿਹੜੇ ਲਿਖਣ ਲੱਗ ਜਾਂਦੇ ਨੇ। ਲਿਖਣਾ ਬਹੁਤ ਜ਼ਰੂਰੀ ਹੈ। ਫਿਰ ਅਗਲਾ ਪੁਆਇੰਟ ਸਟੈਪ ਕੀ ਹੈ ਕਿ ਰਿਮੈਂਬਰ ਦਾ ਬੈਡ, ਯਾਦ ਕਰੋ ਜੋ ਜੀਵਨ ਵਿੱਚ ਬੁਰਾ ਹੋਇਆ ਸੀ ਔਰ ਤੁਹਾਨੂੰ ਕੱਢ ਲਿਆ ਗਿਆ ਉਹਦੇ ਵਿੱਚੋਂ।
ਔਖੇ ਸਮੇਂ ਵਿੱਚੋਂ ਤੁਹਾਨੂੰ ਕੱਢ ਲਿਆ ਗਿਆ, ਕਿੰਨਾ ਸ਼ੁਕਰਾਨਾ ਕਰੀਏ, ਕਿਤੇ ਉਹਦੇ ਵਿੱਚ ਹੀ ਨਹੀਂ ਫਸੇ ਹੋਏ। ਕਿੰਨੀ ਵਾਰ ਜ਼ਿੰਦਗੀ ਵਿੱਚ ਸਾਡਾ ਬੁਰਾ ਹੁੰਦਾ ਕੁਛ ਨਾ ਕੁਛ, ਔਰ ਫਿਰ ਸ਼ੁਕਰ ਕਰੋ ਵੀ ਤੁਸੀਂ ਪਰਮਾਤਮਾ ਸਾਨੂੰ ਕੱਢ ਲਿਆ ਉਹਦੇ ਵਿੱਚੋਂ। ਉਹਦਾ ਵੀ ਸ਼ੁਕਰਾਨਾ ਕਰੋ ਜਿਹੜਾ ਜ਼ਰੀਆ ਬਣਿਆ ਉਦੋਂ ਤੁਹਾਨੂੰ ਸ਼ੁਕਰਾਨੇ ਵਿੱਚੋਂ ਕੱਢਣ ਦੇ ਵਾਸਤੇ। ਵਾਹਿਗੁਰੂ ਦਾ ਵੀ, ਔਰ ਜੋ ਵੀ, ਚਾਹੇ ਕੋਈ ਸਾਧਨ ਬਣਿਆ, ਚਾਹੇ ਸਰਕਾਰ ਬਣੀ, ਚਾਹੇ ਕੋਈ ਮਨੁੱਖ ਬਣਿਆ, ਜਿਵੇਂ ਵੀ ਤੁਸੀਂ ਉਹਦਾ ਸ਼ੁਕਰਾਨਾ ਕਰੋ। ਅੱਗੇ ਉਹ ਕਹਿੰਦੇ ਨੇ ਵੀ 3 ਸਵਾਲ ਆਪਣੇ ਆਪ ਨੂੰ ਕਰੋ। ਪਹਿਲਾ ਸਵਾਲ ਕਿ ਮੈਨੂੰ ਜ਼ਿੰਦਗੀ ਵਿੱਚ ਕਿਸੇ ਤੋਂ ਕੀ ਕੁਛ ਮਿਲਿਆ, ਚਾਹੇ ਬੰਦੇ ਤੋਂ, ਚਾਹੇ ਸੋਰਸ ਮਤਲਬ ਪ੍ਰਕਿਰਤੀ ਤੋਂ, ਕਿਸੇ ਵੀ ਤਰ੍ਹਾਂ ਸਾਨੂੰ ਰੱਬ ਤੋਂ ਮਿਲਿਆ, ਚਾਹੇ ਬੰਦੇ ਤੋਂ ਮਿਲਿਆ, ਤੁਹਾਨੂੰ ਕੀ ਕੁਛ ਮਿਲਿਆ ਜ਼ਿੰਦਗੀ ਦੇ ਵਿੱਚ। ਇਹ ਯਾਦ, ਡੇਲੀ ਇਹ ਚੀਜ਼ਾਂ ਨੂੰ, ਇਹਨਾਂ ਨੂੰ ਯਾਦ ਕਰਨਾ, ਫਿਰ ਦੇਖੋ ਕਮਾਲ ਹੁੰਦਾ ਜੀਵਨ ਦੇ ਵਿੱਚ। ਔਰ ਫਿਰ ਉਹ ਕਹਿੰਦੇ ਨੇ ਦੂਸਰਾ, ਪਹਿਲਾ ਪੁਆਇੰਟ ਤਾਂ ਹੋ ਗਿਆ ਮੈਨੂੰ ਕੀ ਮਿਲਿਆ ਜ਼ਿੰਦਗੀ ਦੇ ਵਿੱਚ ਕਿਸੇ ਤੋਂ, ਸੋਰਸ ਤੋਂ। ਦੂਸਰਾ, ਮੈਂ ਕੀ ਦਿੱਤਾ ਕਿਸੇ ਨੂੰ, ਪ੍ਰਕਿਰਤੀ ਨੂੰ। ਸੋਰਸ ਮਤਲਬ ਸਾਰੇ ਸਿਸਟਮ ਨੂੰ ਮੈਂ ਕੀ ਦਿੱਤਾ। ਇੱਕ ਮਾਨਵ ਆ, ਮੈਂ ਕੀ ਦਿੱਤਾ ਇਸ ਸੰਸਾਰ ਦੇ ਵਿੱਚ। ਇਹ ਹੰਕਾਰ ਲਈ ਨਹੀਂ, ਜੋ ਤੁਸੀਂ ਦਿੱਤਾ ਆਪਣੀ ਕੰਟਰੀਬਿਊਸ਼ਨ ਨੂੰ ਦੇਖੋ, ਹੰਕਾਰ ਲਈ ਨਹੀਂ, ਤਾਂ ਕਿ ਹੋਰ ਸ਼ੁਕਰਾਨੇ ਵਿੱਚ ਆ ਜਾਈਏ ਕਿ ਪਰਮਾਤਮਾ ਤੂੰ ਮੇਰੇ ਦੁਆਰਾ ਇਹ ਦਿੱਤਾ ਇਸ ਸੰਸਾਰ ਨੂੰ, ਦੇਣ ਵਾਲਾ ਤੂੰ ਆ, ਪਰ ਮੈਨੂੰ ਚੁਣਿਆ ਗਿਆ ਇਸ ਕੰਮ ਲਈ, ਤਾਂ ਕਿ ਹੋਰ ਸ਼ੁਕਰਾਨੇ ਵਿੱਚ ਆ ਜਾਓ। ਤੇ ਅਗਲਾ ਉਹ ਕਹਿੰਦੇ ਨੇ ਕਿ ਮੈਂ ਦੂਸਰਿਆਂ ਨੂੰ, ਤੀਸਰਾ ਪੁਆਇੰਟ ਜਿਹੜਾ ਯਾਦ ਕਰੋ, ਮੈਂ ਕਿਸੇ ਨੂੰ ਕੀ ਕਸ਼ਟ ਦਿੱਤਾ ਜ਼ਿੰਦਗੀ ਦੇ ਵਿੱਚ। ਇਹ ਬਹੁਤ ਜ਼ਰੂਰੀ ਹੈ ਸੰਗਤ ਜੀ। ਅਸੀਂ ਜੋ ਚੰਗਾ ਕੀਤਾ ਉਹ ਤਾਂ ਯਾਦ ਰੱਖਦੇ ਹਾਂ, ਜਿਹੜਾ ਅਸੀਂ ਕਿਸੇ ਨਾਲ ਮਾੜਾ ਕੀਤਾ ਹੁੰਦਾ ਉਹ ਨਹੀਂ ਯਾਦ ਰੱਖਦੇ। ਮੈਂ ਕਿਸੇ ਨੂੰ ਕੀ ਕਸ਼ਟ ਦਿੱਤਾ ਆਪਣੇ ਸ਼ਬਦਾਂ ਦਾ ਦੁਆਰਾ ਜਾਂ ਐਕਸ਼ਨਸ ਦੇ ਥਰੂ। ਕਿਉਂਕਿ ਜਿਹੜਾ ਅੰਦਰ ਸੋਚ ਚੱਲ ਰਹੀ ਆ ਉਹਦੀ ਤਾਂ ਹਾਲੇ ਗੱਲ ਹੀ ਨਹੀਂ ਕਰ ਰਿਹਾ। ਉਹ ਕਹਿੰਦੇ ਇੰਨਾ ਹੀ ਕਰਨਾ ਸ਼ੁਰੂ ਕਰ ਦਿਓ, ਸੋਚ ਅੱਛੀ ਹੋਣ ਲੱਗ ਜਾਏਗੀ। ਆਪਣੇ ਸ਼ਬਦਾਂ ਦੁਆਰਾ, ਆਪਣੇ ਐਕਸ਼ਨਸ ਦੇ ਥਰੂ ਮੈਂ ਕਿਸੇ ਨੂੰ ਕੀ ਕਸ਼ਟ ਦਿੱਤਾ, ਬਸ ਅੱਜ ਤੋਂ ਹੀ ਇਹਨੂੰ ਬਦਲ ਲੈਣਾ ਆਪਣੇ ਆਪ ਨੂੰ। ਕਿਉਂਕਿ ਕਸ਼ਟ ਦੇਣ ਲਈ ਅਸੀਂ ਨਹੀਂ ਆਏ, ਅਸੀਂ ਰੱਬ ਦੇ ਬੰਦੇ ਆ। ਉਹ ਸੁਖਦਾਇਕ ਹੈ ਤਾਂ ਅਸੀਂ ਸੁਖ ਦੇਣ ਲਈ ਹੀ ਇਸ ਸੰਸਾਰ ਵਿੱਚ ਆਏ। ਬਸ ਇਹ ਦੇਖਣਾ, ਔਰ ਅੱਜ ਤੋਂ ਦੁੱਖ ਨਹੀਂ, ਅੱਜ ਤੋਂ ਸੁੱਖ ਦੇਣਾ ਸ਼ੁਰੂ ਕਰ ਦੇਣਾ। ਤੇ ਇਹ ਵੀ ਫਿਰ ਸ਼ੁਕਰਾਨਾ ਕਰਨਾ ਕਿ ਮੈਨੂੰ ਅੱਛੀ ਸੋਚ ਦੇ ਦਿੱਤੀ ਪਰਮਾਤਮਾ, ਮੇਰੀ ਅੱਜ ਸੋਚ ਬਣ ਗਈ, ਮੈਂ ਸੁੱਖ ਦੇਣੇ ਨੇ। ਇਹਦਾ ਵੀ ਸ਼ੁਕਰਾਨਾ, ਚੰਗੀ ਸੋਚ ਦਾ ਵੀ ਸ਼ੁਕਰਾਨਾ। ਫਿਰ ਕਹਿੰਦੇ ਨੇ ਅਗਰ ਕਿਸੇ ਨੂੰ ਦਿੰਦੇ ਵੀ ਹੋ, ਇਹ ਸਾਨੂੰ ਗੱਲਾਂ ਪਤਾ ਆ ਸੰਗਤ ਜੀ ਸਾਰੀਆਂ, ਲੇਕਿਨ ਫਿਰ ਵੀ ਜਦੋਂ ਕੋਈ ਰਿਸਰਚਸ ਦੀ ਗੱਲ ਕਰ ਲਈਏ ਨਾ, ਬੜਾ ਕਲਿੱਕ ਕਰਦਾ ਵੀ ਹਾਂ ਉੱਤੇ ਮੈਨੂੰ ਸਾਰੀਆਂ ਪਤਾ, ਸਾਨੂੰ ਬਾਣੀ ਵਿੱਚ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਹੋਈਆਂ ਨੇ, ਅਸੀਂ ਅਣਜਾਣ ਨਹੀਂ ਹੈਗੇ ਇਹਨਾਂ ਗੱਲਾਂ ਤੋਂ। ਪਰ ਕੋਈ ਗੱਲ ਨਹੀਂ, ਇਵੇਂ ਕਰਨ ਦੇ ਨਾਲ ਸਟੈਪ ਬਾਏ ਸਟੈਪ ਸਾਡਾ ਜੀਵਨ ਹੋਰ ਬਦਲੇਗਾ। ਫਿਰ ਉਹ ਕਹਿੰਦੇ ਨੇ ਅਗਰ ਤੁਸੀਂ ਕਿਸੇ ਨੂੰ ਦਿੰਦੇ ਵੀ ਹੋ ਤਾਂ ਸ਼ੁਕਰਾਨੇ ਦੇ ਭਾਵ ਵਿੱਚ ਦਿਓ। ਚਾਹੇ ਤੁਸੀਂ ਆਪਣੇ ਜਿਹੜੇ ਤੁਹਾਡੇ ਵਰਕਰਸ ਨੇ, ਅੰਡਰ ਤੁਹਾਡੇ ਕੰਮ ਕਰਦੇ ਨੇ, ਉਹਨਾਂ ਨੂੰ ਸੈਲਰੀ ਦਿੰਦੇ ਹੋ, ਸ਼ੁਕਰਾਨਾ ਕਰੋ ਉਹਦਾ ਵੀ ਇਹ ਅਗਰ ਨਾ ਆਉਂਦਾ, ਇਹ ਇੰਨਾ ਕੰਮ ਨਾ ਕਰਦਾ, ਕਿ ਤੁਸੀਂ ਇਕੱਲੇ ਸਾਰੇ ਕੰਮ ਕਰ ਲਓਗੇ? ਕਰ ਹੀ ਨਹੀਂ ਸਕਦੇ। ਤੁਹਾਡੇ ਸਫਾਈਆਂ ਕਰਨ ਆਉਂਦੇ, ਤੁਸੀਂ ਕਰ ਲਓਗੇ ਸਫਾਈਆਂ ਵੀ, ਸਾਰਾ ਕੁਝ ਵੀ ਨਹੀਂ ਕਰ ਸਕਦੇ। ਬਾਹਰ ਸੜਕ ਤੇ ਤੁਹਾਡੀ ਸਫਾਈ ਹੋ ਜਾਂਦੀ, ਤੁਹਾਡਾ ਗਾਰਬੇਜ ਕੋਈ ਚੱਕ ਕੇ ਲੈ ਜਾਂਦਾ ਆ, ਕੀ ਤੁਸੀਂ ਕਦੀ ਸ਼ੁਕਰਾਨਾ ਕੀਤਾ ਉਹਨਾਂ ਦਾ, ਸਰਕਾਰ ਦਾ, ਸਿਸਟਮ ਦਾ, ਪਰਮਾਤਮਾ ਦਾ? ਨਹੀਂ। ਫਿਰ ਨਿੱਕੀ ਨਿੱਕੀ ਚੀਜ਼ ਦੇਖਾਂਗੇ, ਉਹ ਆਪਣੇ ਆਪ ਨੂੰ ਰੱਖੋ, ਮੈਨੂੰ ਸਾਰਾ ਕੁਝ ਹੀ ਕਰਨਾ ਪੈ ਜਾਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਜੋ ਤੁਹਾਡੇ ਜੀਵਨ ਵਿੱਚ ਹੋ ਰਿਹਾ, ਫਿਰ ਸ਼ੁਕਰਾਨਾ ਹੋਰ ਵਧੇਗਾ ਜੀਵਨ ਦੇ ਵਿੱਚ। ਫਿਰ ਉਹ ਕਹਿੰਦੇ ਨੇ ਮੰਗੀਆਂ ਦਾਤਾਂ ਜਿਹੜੀਆਂ ਮੰਗਦੇ ਹੋ ਇਹਨਾਂ ਦੀ ਨਹੀਂ, ਜਿਹੜੀਆਂ ਮਿਲੀਆਂ ਦਾਤਾਂ ਇਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ। ਸੋ ਜੋ ਸਾਨੂੰ ਮਿਲਿਆ ਆ ਇਹਦਾ ਸ਼ੁਕਰਾਨੇ ਦੀ ਪ੍ਰੇਅਰ ਕਰੋ। ਹੋਰ ਮਿਲੇ ਇਹਦੀ ਪ੍ਰੇਅਰ ਨਾ ਕਰੋ। ਤੁਸੀਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਲੱਗ ਜਾਓ, ਤੁਹਾਨੂੰ ਪਤਾ ਹੀ ਨਹੀਂ ਚੱਲਣਾ ਤੁਹਾਡੇ ਜੀਵਨ ਵਿੱਚ ਕਿੰਨਾ ਕੁਛ ਆਈ ਜਾਣਾ, ਤੁਸੀਂ ਸੋਚਿਆ ਵੀ ਨਹੀਂ ਜਿਹੜਾ ਹੋਣਾ। ਸੋ ਬੜੀ ਇੱਕ ਆਮ ਕਹਾਵਤ ਆ ਵੀ ਜਿਹੜਾ ਮੰਗਤਾ ਆ ਨਾ, ਉਹਨੂੰ ਤਾਂ ਭਿਖਾਰੀ ਦੀ ਤਰ੍ਹਾਂ ਹੀ ਦਿੱਤਾ ਜਾਂਦਾ ਹੈ। ਜਿਹੜਾ ਮੰਗਤਾ ਆ ਉਹਨੂੰ ਭਿਖਾਰੀ ਦੀ ਤਰ੍ਹਾਂ ਹੀ ਦਿੱਤਾ ਜਾਂਦਾ ਹੈ। ਭਿਖਾਰੀ ਨੂੰ ਕਿੰਨਾ ਕੁ ਦਿੰਦੇ, ਇੱਕ ਚੁਟਕੀ, ਸਾਰਾ ਘਰ ਥੋੜੀ ਦੇ ਦਿੱਤਾ ਜਾਂਦਾ ਉਹਨੂੰ। ਸ਼ੁਕਰਾਨੇ ਵਾਲੇ ਦੇ ਅੱਗੇ ਰੱਬ ਸਾਰੇ ਹੀ ਭੰਡਾਰੇ ਖੋਲ ਦਿੰਦਾ। ਕਿੰਨੀ ਕਮਾਲ ਦੀ ਗੱਲ ਆ। ਸ਼ੁਕਰਾਨਾ ਕਰਾਂਗੇ ਅੱਜ ਤੋਂ। ਸੋ ਹਾਰਵਰਡ ਮੈਡੀਕਲ ਸਕੂਲ ਵਾਲੇ ਕਹਿੰਦੇ ਨੇ ਜਦੋਂ ਵੀ ਤੁਸੀਂ ਸ਼ੁਕਰਾਨੇ ਦੇ ਭਾਵ ਵਿੱਚ ਹੁੰਦੇ ਹੋ, ਤੁਹਾਡੀ ਬਾਡੀ, ਤੁਹਾਡਾ ਮਾਈਂਡ ਦੋਨੋਂ ਖੁਸ਼ ਹੁੰਦੇ ਨੇ,
ਔਰ ਵੱਡੀਆਂ-ਵੱਡੀਆਂ ਬਿਮਾਰੀਆਂ ਤੁਹਾਨੂੰ ਬਾਏ-ਬਾਏ ਕਰ ਜਾਂਦੀਆਂ ਨੇ। ਵੱਡੀਆਂ ਤੋਂ ਵੱਡੀਆਂ ਬਿਮਾਰੀਆਂ। ਔਰ ਕਿਹਨਾਂ ਮਰੀਜ਼ਾਂ ਤੇ ਇਹਨਾਂ ਨੇ ਪੇਸ਼ੈਂਟਸ ਦੇ ਉੱਤੇ ਕੰਮ ਕੀਤਾ? ਜਿਹੜੇ ਆਰਥਰਾਈਟਿਸ ਵਾਲੇ ਸਨ, ਆਰਥਰਾਈਟਿਸ ਵਾਲੇ, ਹਾਰਟ ਪੇਸ਼ੈਂਟ ਸਨ, ਕੈਂਸਰ ਵਾਲੇ ਸਨ, ਹੈ ਜਿਨ੍ਹਾਂ ਨੂੰ ਕ੍ਰੋਨਿਕ ਡਿਜ਼ੀਜ਼ਸ ਸਨ, ਉਹਨਾਂ ਦੇ ਉੱਤੇ ਕੰਮ ਕੀਤਾ ਔਰ ਕਮਾਲ ਹੋ ਗਈ। ਮੋਰ ਦੈਨ 80% ਲੋਕ ਜਿਹੜੇ ਨੇ 6 ਮਹੀਨਿਆਂ ਦੇ ਅੰਦਰ ਠੀਕ ਹੋ ਗਏ। ਕਿੱਡੀ ਕਮਾਲ ਦੀ, ਕੈਂਸਰ ਵਾਲੇ ਵੀ। ਉਹ ਜ਼ਿੰਦਗੀ ਵਿੱਚ ਜੋ ਮਿਲਿਆ ਉਹਦਾ ਸ਼ੁਕਰਾਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਸ਼ੁਕਰਾਨਾ ਸ਼ੁਰੂ ਕਰ ਦਿੱਤਾ, ਅੱਜ ਇਲਾਜ ਹੈ। ਸੋ ਕਮਾਲ ਹੋ ਗਈ। ਸੋ 20% ਕਈ ਕੌਣ ਨਹੀਂ ਕਰ ਪਾਏ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਵੀ ਸ਼ੁਕਰਾਨੇ ਨਾਲ ਕੀ ਹੋਣਾ, ਸ਼ੁਕਰਾਨੇ ਨਾਲ ਕੀ ਹੋਣਾ। ਤੇ ਜਿਨ੍ਹਾਂ ਨੇ ਪੂਰਾ ਵਿਸ਼ਵਾਸ ਕੀਤਾ, ਉਹ ਤਾਂ ਕਹਿੰਦੇ ਨੇ ਉਹਨਾਂ ਦੀਆਂ ਜੁਆਇੰਟ ਪੇਨਸ ਬੰਦ ਹੋ ਗਈਆਂ ਆਰਥਰਾਈਟਿਸ ਵਾਲਿਆਂ ਦੀ। ਇਹ ਤਾਂ ਕਮਾਲ ਦੇ ਰਿਜ਼ਲਟਸ ਨੇ ਸੰਗਤ ਜੀ। ਸੋ ਇਹਨਾਂ ਦਾ ਰਿਸਰਚਸ ਦੱਸਣ ਦਾ ਮਤਲਬ ਇਹ ਹੁੰਦਾ ਵੀ ਇਹ ਪ੍ਰੈਕਟੀਕਲ ਹੋਈਆਂ ਨੇ ਗੱਲਾਂ। ਬਹੁਤ ਨੇ, ਹੁਣ ਆਪਾਂ ਕਿੰਨੇ ਉਹਦੇ ਉੱਤੇ ਵਿਚਾਰਾਂ ਕਰੀਏ। ਬਸ ਅਸੀਂ ਸਮਝ ਗਏ ਹਾਂ ਕਿ ਸਾਨੂੰ ਦਿਨ ਰਾਤ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਜਿਹੜਾ ਸਾਨੂੰ ਵਾਹਿਗੁਰੂ ਸ਼ਬਦ ਦਿੱਤਾ, ਇਹ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਸਿਖਾਇਆ। ਵਾਹ ਖਸਮ ਤੂੰ ਵਾਹ ਹੈ ਪਰਮਾਤਮਾ, ਵਾਹ ਤੂੰ ਵਾਹ ਹੈ, ਤੇਰਾ ਸ਼ੁਕਰ ਹੈ। ਜਿਨ ਰਚ ਰਚਨਾ ਹਮ ਕੀਏ, ਜਿਹਨੇ ਸਾਰੀ ਰਚਨਾ ਰਚੀ ਔਰ ਜਿਹਨੇ ਸਾਨੂੰ ਵੀ ਬਣਾਇਆ, ਪਰਮਾਤਮਾ ਤੋਂ ਵਾਹ, ਪਰਮਾਤਮਾ ਤੋਂ ਵਾਹ। ਫਿਰ ਉਹਦੀ ਸਾਰੀ ਪ੍ਰਕਿਰਤੀ ਤੇ ਦ੍ਰਿਸ਼ਟੀ ਦਿਵਾਉਂਦੇ ਨੇ ਸ਼ੁਕਰਾਨਾ ਕਰਨ ਲਈ। ਸਾਗਰ, ਲਹਿਰ, ਸਮੁੰਦ, ਸਰ, ਵੇਲ ਵਰਸ ਵਰਸ ਵਰਾਹ, ਵਾਹ ਖਸਮ ਤੂੰ ਵਾਹ, ਵਾਹ ਖਸਮ ਤੂੰ ਵਾਹ। ਸੋ ਵਾਹਿਗੁਰੂ ਵਾਹਿਗੁਰੂ ਕਰਨ ਦਾ ਮਤਲਬ ਵੀ ਉਸ ਪਰਮਾਤਮਾ ਦਾ, ਉਸ ਅਸੀਮ ਦਾ, ਉਸ ਅਨੰਤ ਦਾ, ਉਸ ਪਿਆਰੇ ਦਾ, ਉਹ ਦਿਲਾਂ ਦੇ ਮਾਲਕ ਦਾ ਸ਼ੁਕਰਾਨਾ ਕਰਨਾ ਹੀ ਹੈ। ਸੋ ਸੰਗਤ ਜੀ, ਕੋਟਾਨ ਕੋਟਾਨ ਸ਼ੁਕਰਾਨਾ ਆਪ ਸਭ ਜੀ ਦਾ, ਇਸ ਸਭ ਦਾ ਕੋਟਾਨ ਕੋਟਾਨ ਸ਼ੁਕਰਾਨਾ। ਸੋ ਕੋਈ ਗਲਤੀ ਹੋ ਗਈ ਹੋਵੇ, ਆਪ ਜੀ ਬਖਸ਼ ਦੇਣਾ। ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਆਪ ਜੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਸੰਗਤਾਂ ਦੇ ਚਰਨਾਂ ਦੀ ਧੂੜੀ ਪਿੱਛੇ ਮਹਾਰਾਜ ਜੀ ਸਾਨੂੰ ਵੀ ਸੰਗਤ ਦੇ ਵਿੱਚ ਬਿਠਾ ਲੈਂਦੇ ਨੇ। ਅਸੀਂ ਹਮੇਸ਼ਾ ਹੀ ਅਸੀਸਾਂ ਆਪਣੀਆਂ ਬਣਾ ਕੇ ਰੱਖਣੀਆਂ। ਸੋ ਕੋਈ ਗਲਤੀ ਹੋ ਗਈ ਹੋਵੇ, ਆਪ ਜੀ ਬਖਸ਼ ਦੇਣਾ। ਕੋਟਾਨ ਕੋਟਾਨ ਸ਼ੁਕਰਾਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ।